शुभ महत प्रकाशक। ਖਾਲਸਾ ਜੀ ਚੈਨਲ ਨੂੰ ਸਬਸਕ੍ਰਾਈਬ ਕਰਨ ਤੋਂ ਬਾਅਦ 'ਚ ਆਲ ਨੋਟੀਫਿਕੇਸ਼ਨ ਨੂੰ ਜ਼ਰੂਰ ਔਨ ਕਰੋ ਤਾਂ ਕਿ ਸਾਡੀ ਕਥਾ ਕੀਰਤਨ ਦੀ ਹਰ ਵੀਡੀਓ ਤੁਹਾਡੇ ਤੱਕ ਪਹੁੰਚਦੀ ਰਹੇ ਅਤੇ ਵੀਡੀਓ ਨੂੰ ਲਾਈਕ ਕਰਨਾ ਨਾ ਭੁੱਲਣਾ ਜੀ। ਗੁਰੂ ਹਰਿ ਰਾਇ ਨਾਮ ਕਰ ਜੋਰੀ, ਨਮੋ ਕਰ ਜੋਰੀ। ਗੁਰੂ ਹਰਿ ਕ੍ਰਿਸ਼ਨ ਮਨਾਵੂਂ, ਬਹੋਰੀ। ਤੇਗ ਬਹਾਦਰ ਪਰਮੰ ਕਿਰਪਾਲਾ, ਵਾਹਿਗੁਰੂ ਪਰਮੰ ਕਿਰਪਾਲਾ। ਸ਼੍ਰੀ ਗੁਰੂ ਗੋਬਿੰਦ ਸਿੰਘ ਬਿਸਾਲਾ, ਤਰੋਂ ਤਰਾ ਪੱਗ ਪੁੰਨ ਪੁੰਨ ਸੀਸਾ, ਪੱਗ ਪੁੰਨ ਪੁੰਨ ਸੀਸਾ। ਬੰਦੋਂ ਜੀ ਬਾਰ ਬਾਰ ਜਗਦੀਸ਼ਾ, ਜਾਂ ਮਹਿ ਅੰਮ੍ਰਿਤ ਗਿਆਨ ਹੈ ਮਾਨਕ ਭਗਤ ਬੈਰਾਗ। ਧੰਨ ਸ਼੍ਰੀ ਗੁਰੂ ਗ੍ਰੰਥ ਉਦਦ ਬੰਦੋਂ ਕਰ ਅਨੁਰਾਗ। ਏਕ ਓੰਕਾਰ ਸਤਿਗੁਰੂ ਜਿਹ ਪ੍ਰਸਾਦ ਸਚ ਹੋਏ। ਵਾਹਿਗੁਰੂ ਜੀ ਕੀ ਫਤਿਹ। ਬਿਘਨ ਬਿਨਾਸਨ ਸੋਏ। ਵਾਹਿਗੁਰੂ ਜੀ ਕੀ ਫਤਿਹ। ਬਿਘਨ ਬਿਨਾਸਨ ਸੋਏ। ਵੱਡ ਆਕਾਰ ਗਿਰ ਬਪ ਹੈ ਜੈਸੇ, ਨਾਸ਼ਾਂ ਕਰਨ ਕੰਦਰਾਂ ਤੈਸੇ। ਦੋਨੋਂ ਰਾਖਸ਼ ਅਗਰਜ ਕਰਕੇ, ਆਇਓ ਨਿਕਟ ਭਾਉ ਔਰ ਧਰ ਕੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਦਰ ਤੇ ਹਾਜ਼ਰ ਗੁਰੂ ਸਵਾਰੇ ਖਾਲਸਾ ਜੀ, ਆਪ ਜੀ ਵਡਭਾਗੇ ਹੋ ਜੋ 8ਵੇਂ ਪਾਤਸ਼ਾਹ ਬਾਲਾ ਪ੍ਰੀਤਮ ਸਤਿਗੁਰੂ ਜਿਸ ਡਿਠੈ ਸਭ ਦੁੱਖ ਜਾਏ, ਇਹਨਾਂ ਅਜਮਤਾਂ ਵਡਿਆਈਆਂ ਦੇ ਮਾਲਕ ਗੁਰੂ ਹਰਕ੍ਰਿਸ਼ਨ ਸਾਹਿਬ ਮਹਾਰਾਜ ਜੀ ਦੇ ਪਵਿੱਤਰ ਚਰਨ ਛੋਹ ਪ੍ਰਾਪਤ ਇਤਿਹਾਸਕ ਅਸਥਾਨ ਗੁਰਦੁਆਰਾ ਬੰਗਲਾ ਸਾਹਿਬ ਜੀ ਦੀ ਯਾਤਰਾ ਕਰਦਿਆਂ ਜੁਗੋ ਜੁਗ ਅਟਲ ਛਤਰ ਚਵਰ ਤਖਤ ਦੇ ਮਾਲਕ ਧੰਨ 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 ਸ਼੍ਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਮਹਾਰਾਜ ਜੀ ਦੇ ਹਜ਼ੂਰ ਮਨੁੱਖਾ ਜੀਵਨ ਦੀਆਂ ਘੜੀਆਂ ਨੂੰ ਸਫਲਾ ਕਰ ਰਹੇ ਹੋ। ਸਤਿਗੁਰੂ ਸਾਰਿਆਂ ਦੀ ਯਾਤਰਾ ਸਫਲ ਕਰਨ। ਹੁਣ ਸਮਾਂ ਹੈ
ਗੁਰੂ ਦਰਬਾਰ ਦੇ ਨਿਯਮ ਅਨੁਸਾਰ ਗੁਰੂ ਇਤਿਹਾਸ ਦੀ ਚੱਲ ਰਹੀ ਲੜੀਵਾਰ ਕਥਾ ਦਾ ਆਪਣੀਆਂ ਮਨ ਬਿਰਤੀਆਂ ਇਕਾਗਰ ਕਰੋ। ਰਸਨਾ ਪਵਿੱਤਰ ਕਰ ਦੇ ਇੱਕ ਵਾਰ, ਸਾਰੇ ਉਚਾਰਨ ਕਰੋ ਜੀ ਸਤਨਾਮ ਵਾਹਿਗੁਰੂ ਜੀ। ਇਹ ਇਤਿਹਾਸ ਪਹਿਲੇ ਪਾਤਸ਼ਾਹ ਜਾਹਰ ਪੀਰ ਜਗਤ ਗੁਰੂ ਕਲ ਤਾਰਨ ਆਏ। ਸ਼੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਦਾ ਹੈ। ਪ੍ਰਸੰਗ ਹੈ ਗੁਰੂ ਨਾਨਕ ਦੇਵ ਮਹਾਰਾਜ ਜੀ ਦਾ ਲੰਕਾ ਜਾਣਾ। ਸਤਿਗੁਰੂ ਗੁਰੂ ਨਾਨਕ ਦੇਵ ਪਿਤਾ ਮਹਾਰਾਜ ਜਦੋਂ ਲੰਕਾ ਪਹੁੰਚਦੇ ਨੇ, ਉੱਥੋਂ ਹੀ ਇਹ ਅੱਜ ਦੀ ਕਥਾ ਆਰੰਭ ਹੁੰਦੀ ਹੈ। ਹਾਂਜੀ। ਅਸੁਰ ਸੁਨਤ ਗਮਨੇ ਨਗਰ, ਨਿਜ ਪਤ ਕੋ ਸੁਧ ਦੀਨਾ। ਸਤਿਗੁਰੂ ਜੀ ਦੀ ਆਮਦ ਹੋਈ ਹੈ। ਜਿਹੜੇ ਦੈਂਤ ਸਨ ਉਹਨਾਂ ਨੇ ਲੰਕਾ ਦੇ ਰਾਜੇ ਨੂੰ ਜਾ ਕੇ ਸੁਧ ਦਿੱਤੀ ਹੈ, ਖਬਰ ਦਿੱਤੀ ਹੈ ਕਿ ਰਾਜਾ ਆਪਣੇ ਦੇਸ਼ ਕੋਈ ਅਜਨਬੀ ਆਏ ਨੇ, ਕੋਈ ਪਰਦੇਸੀ ਆਏ ਨੇ। ਹਾਂਜੀ। ਨੀਕੇ ਉਪਬਨ ਕੇ ਬਿਖੈ, ਬੈਠੇ ਮਾਨੁਖ ਤੀਨਾ। ਉਹ ਜਿਹੜੇ ਵਿਅਕਤੀ ਆਏ ਨੇ ਬੜੇ ਚੰਗੇ ਭਲੇ ਲੋਕ ਲੱਗਦੇ ਨੇ, ਬਾਗ ਦੇ ਵਿੱਚ ਬੈਠੇ ਹਨ। ਉਪਬਨ ਕਹਿੰਦੇ ਨੇ ਬਾਗ ਨੂੰ। ਔਰ ਉਹਨਾਂ ਦੀ ਗਿਣਤੀ 3 ਹੈ। 3 ਆਦਮੀ ਨੇ, ਭਲੇ ਲੋਕ ਨੇ, ਬਾਗ ਵਿੱਚ ਬੈਠੇ ਨੇ। ਹਾਂਜੀ। ਹਮ ਹੈ ਰਾਮ ਦੂਤ ਇਉ ਕਹਿਹੀ, ਸੰਗ ਆਪ ਕੇ ਮਿਲਨੋ ਚੈਹੀ। ਅਸੀਂ ਪਤਾ ਕੀਤਾ ਸੀ ਵੀ ਤੁਸੀਂ ਕੌਣ ਹੋ, ਕਿੱਥੋਂ ਆਏ ਹੋ, ਤੁਹਾਨੂੰ ਕੰਮ ਕੀ ਹੈ। ਤਾਂ ਸਾਨੂੰ ਇੰਜ ਲੱਗਿਆ ਕਿ ਇਹ ਤੁਹਾਨੂੰ ਮਿਲਣ ਆਏ ਨੇ, ਤੇ ਜਿਹੜੇ ਤੁਹਾਡੇ ਇਸ਼ਟ ਨੇ ਸ਼੍ਰੀ ਰਾਮਚੰਦਰ, ਸ਼ਾਇਦ ਹੋ ਸਕਦਾ ਉਹਨਾਂ ਦੇ ਕੋਈ ਦੂਤ ਹੋਣ, ਉਹਨਾਂ ਨੇ ਇਹਨਾਂ ਨੂੰ ਇੱਥੇ ਭੇਜਿਆ ਹੋਵੇ, ਸਾਨੂੰ ਇੰਜ ਲੱਗਦਾ ਹੈ। ਹਾਂਜੀ। ਉਠਿਓ ਭੀਖਣ ਕਰ ਪਗ ਨੰਗੇ, ਰਾਖਸ਼ ਚਲੇ ਬਹੁਤ ਤੇ ਸੰਗੇ। ਭਾਈ ਵੀਰ ਸਿੰਘ ਨੇ ਇਸ ਕਥਾ ਦਾ ਇੱਕ ਸਾਰ ਅੰਸ਼ ਸਾਨੂੰ ਦਿੱਤਾ ਹੈ। ਉਹ ਇਹ ਹੈ ਕਿ ਇਸ ਕਥਾ ਦਾ ਅਰਥ ਹੀ ਸਿਰਫ ਇੰਨਾ ਹੈ ਕਿ ਸਾਨੂੰ ਇੱਕ ਗੱਲ ਦ੍ਰਿੜ ਹੋ ਸਕੇ ਕਿ ਭਗਤ ਦਾ ਆਪਣੇ ਇਸ਼ਟ ਦੇ ਨਾਲ ਸਨੇਹ ਕੈਸਾ ਹੋਣਾ ਚਾਹੀਦਾ ਹੈ। ਹੁਣ ਪੜ੍ਹਦੇ ਤਾਂ ਆਪਾਂ ਜ਼ਰੂਰ ਹਾਂ, ਤੋਹੀ ਮੋਹੀ ਮੋਹੀ ਤੋਹੀ, ਅੰਤਰ ਕੈਸਾ। ਕਨਕ ਕਟਕ ਜਲ ਤੁਰੰਗ ਜੈਸਾ, ਹਰ ਜਨ ਐਸਾ ਚਾਹੀਏ ਜੈਸਾ ਹਰ ਹੀ ਹੋਏ। ਰੱਬ ਦਾ ਭਗਤ ਰੱਬ ਵਰਗਾ ਹੀ ਹੋਣਾ ਚਾਹੀਦਾ ਹੈ। ਰੱਬ ਦੇ ਭਗਤ ਵਿੱਚ ਔਰ ਰੱਬ ਵਿੱਚ, ਮੁਰਸ਼ਦ ਔਰ ਮਰੀਦ ਵਿੱਚ
गुरु और शिष्य विच कोई अंतर नहीं होना चाहिए, कोई फर्क नहीं होना चाहिए। ये गल सानू दृढ़ कराउण वास्ते ये साखी इत्थे दर्ज कीती है। हाँ जी। उठे अब भीखन कर पग नंगे, राखश चले बहुत तेह संगे। जिवें ही बभीखण ने श्री रामचंद्र जी का नाम सुनिया, वो तो उठिया ते नंगे पैरी तुर पिया। हुण एक शब्द असी कहने आ प्यार, परिभाषा सानू उहदी आउंदी नहीं, उहदी डेफिनेशन की है सानू कुछ नहीं पता। गुरबाणी दे विच इनू इश्क हकीकी आख्या है। जदों तुसी आसा की वार दा कीर्तन सुनते हो, उत्थे फिर अंतले शब्दां दे विच अक्षर वरत्या जाता है कि आशिक ये ना आखी है जे लेखै वरतै सोए। वो व्यक्ति आशिक नहीं हो सकता जेड़ा लेखे विच रवे। हुण किवें हो सकता है कि आपां ये कहिए भी खर्चा आपो अपना ते दोस्ती पक्की। देखो जिन्नी की गल मैनू समझ आई है, मैं तो बहुत बारी सांझी कीती है कि जे तो तुसी करना है विहार ते कापी पेन ना भुल्यो, नहीं तो अज भी खत्म है कल भी खत्म है। विहार दे विच जिन्ना चिर कलमां मिलदियां रहणगियां, जिन्ना चिर जोड़ जमा बराबर हुंदा रहेगा, जिन्ना चिर दोनों पासियां दी तसल्ली खातर जमा होंदी रहूगी, भी हिसाब ओके है, उन्ना चिर तुहाडे व्यापार नूं कोई रोक नहीं सकता। पर जिथे जाके एक अद्धी फिगर अड़ गई कि आ अमाउंट तुहाडा रलदा है, आ तुहाडा नहीं रलदा, उथों डाउट शुरू हो जाएंगे भी ये तो गड़बड़ है। अगर विहार करना है तो कापी पेन ना भुल्यो। कोई भी व्यक्ति तुहाडे नाल विहार करे तो उस वेले उन्होंने कहो भरा जी लिखत पढ़त करो, आपां जो लिया दिता है ये आपां नूं लिख लेना चाहिए। क्योंकि जिदन लिखत पढ़त विच फर्क आया, कोई दुनिया की ताकत नहीं मुड़ के तुहाडा विहार तोड़ दवे। एक विश्वास है, पर जदों ये मन विच भरम आ गया भी ये बंदा तो भाई थोड़ी जी गड़बड़ कर रहा है, उत्थे रुक जाएगा। प्यार इस तो उल्टा है, जे लेखा जोखा करोगे तो प्यार नहीं होएगा। ये चेता रखना, प्यार विच कोई लेखा जोखा नहीं हुंदा। आशिक ये ना आखी है जे लेखै वरतै सोए। जिहड़ा गिणतियां मिणतियां कर करके तुहाडे नाल वरते, वो तुहानूं प्यार करन वाला नहीं हो सकता, क्योंकि प्यार विच लेखे जोखे हुंदे ही नहीं, गिणती मिणती हुंदी नहीं। ये ना बाहरले मुल्कां च नहीं है, दिल्ली विच एक शब्द है, ये जी गुरु घर दे बड़े नेमी प्रेमी ने। तो मेरी शुरू तो एको ही बेनती है भी भाई पहला ये दसो भी बंदा नेमी है कि प्रेमी है। नेमी प्रेमी नहीं हो सकता, तो जदों प्रेमी बन गया उदों नेम रहने कोई नहीं। प्रेम की है? प्रेम है कि भीलनी श्री रामचंद्र जी वास्ते बेर कट्ठे कर दी है, ये प्रेम है।
फिर मन में डर जाती है कि जे बेर खट्टे होए तो फिर मैं की करांगी। हुण की करदी है, बेर चुकदी है, बेर नूं दंदी वढ़दी है। जिहड़ा बेर ते मिठा हुंदा है वो टोकरी च रख लैंदी, जिहड़ा खट्टा हुंदा है सुट दिंदी है। हुण उहनूं कमली नूं कौन समझावे भी सारे ही झूठे करते तू तां। उहनूं कमली नूं कौन समझावे कि बेर तां सारे ही झूठे हो गए। दूसरी उदाहरण बिदर दी आउंदी है कि जदों बिदर दे घर श्री कृष्ण जी रहे ने ते उस कथा दे विच आउंदा है भी उस झल्ली ने की कीता कि जिहड़ा गुद्दा सी केलियां दा वो ते आप खा गई ते छिलके कृष्ण जी नूं खवा दिते। गुरु हरगोबिंद पिता महाराज बारामूले गए, उत्थे माता मिली। माता नूं किसी ने समझाया सी कि माता गुरु हरगोबिंद साहब आउणगे, घोड़े ते चढ़े होणगे, उन्हां दे रस्ते च खड़ी हो जाई ते मुक्ति मंग लई। ते कहना की है? कहना यह है कि मैं पतत तू पतत पावन, मैं पतत मैं धर्म तो डिगी हुई हाँ, तू पतत पावन, तू धर्म तो डिगिया नूं चुकण वाला है। कहन लगी बिल्कुल ठीक है। पर जदों गुरु हरगोबिंद साहब आए अगे ते खलो गई ते जो बोलना सी वो भुल गई। बोलदी की है? बोलदी है कि तू पतत मैं पतत पावन, तू पतत मैं पतत पावन। मस्कीन साहब ये साखी बड़ी प्यार नाल सुणाउंदे सी और उन्हां दे साखी सुनाउण दा ढंग मैनूं बड़ा चंगा लगा। इस करके जदों मैं ये कथा सुनावां तकरीबन कोशिश करदा मैं कि उन्हां दी कापी कीती जाए। कहंदे एक सिख आया तो उन्हें मोढियां तो फड़ के माई नूं हिलाउणिया भी माई बुढ़िए की बोली जानी है, भी तू कहना तो इसी भी तू उल्टा बोलदी है, पुट्ठा बोली जानी है। माई बुढ़िए की बोली जानी है। ते अगों गुरु हरगोबिंद साहब कहन लगे भी तू परे हो जा, ये जो बोलदी है सानू पता है। बोलदी ठीक सी वो, कहना वो यही चाहती सी कि मैं पतत, पर वो गुरु साहब दे जदों सामने आई तो एकदम जिदा नहीं बंदा पजल हो जाता है। वो सुध की ना सुध रही, वो हालत हो गई तो बोली ये गई भी तू पतत मैं पतत पावन। ये सतगुरु की बाणी च लिखिया भी होया है कि जे बाहरों भुल चुक बोलदे खरे हर भाने, जिन पट अंदर बाहर गुदड़ ते भले संसार, तिन नहीं लगा रब सेती देखने दीदार। तो इस कथा दे विच इस गल नूं प्रगटाया गया। जिवें जाके दैंता ने भपीखण नूं कहा, कह इउं लगदा है भी जिवें श्री रामचंद्र दे दूत होण ते वो कहंदे ने उन्हें फिर जुत्ती नहीं पाई, वो नंगे पैरी तुर पिया। उठियो भपीखण कर पग नंगे, राक्षस चले बहुत ते संगे। बड़े सारे राक्षस भी ਉਹਦੇ ਨਾਲ तुरे। हाँ जी। बड़ आकार गिर बप है जैसे, नाशा करन कंद राह तैसे।
ਵੱਡ ਆਕਾਰ ਗਿਰ ਬਪ ਹੈ ਜੈਸੇ, ਉਹਨਾਂ ਦੇ ਸਰੀਰ ਕਹਿੰਦੇ ਵੱਡੇ ਪਹਾੜਾਂ ਵਰਗੇ ਨੇ। ਉਹਨਾਂ ਦੀਆਂ ਨਾਸਕਾਵਾਂ, ਉਹਨਾਂ ਦੀਆਂ ਨਾਸਾਂ ਕਿੱਦਾਂ ਦੀਆਂ ਨੇ, ਨੱਕ ਕਿੱਦਾਂ ਦੇ ਨੇ, ਕਹਿੰਦੇ ਜਿਵੇਂ ਪਹਾੜਾਂ ਵਿੱਚ ਵੱਡੀਆਂ ਵੱਡੀਆਂ ਕੰਦਰਾਂ ਹੁੰਦੀਆਂ ਨੇ, ਉਹ ਜਿਹੜੇ ਪਹਾੜਾਂ ਵਿੱਚ ਟੋਏ ਜੇ ਹੁੰਦੇ ਨੇ ਨਾ, ਉਹ ਉਹਨਾਂ ਵਰਗੇ ਇਹਨਾਂ ਦੇ ਨੱਕ ਨੇ। ਤੇ ਜਿਵੇਂ ਉੱਚੇ ਉੱਚੇ ਪਹਾੜ ਹੁੰਦੇ ਨੇ ਉਵੇਂ ਇਹਨਾਂ ਦੇ ਕੱਦ ਨੇ, ਇਹਨਾਂ ਦੀ ਹਾਈਟ ਹੈ। ਹਾਂਜੀ। ਦੋਨੋਂ ਰਾਖਸ਼ ਅਗਰਜ ਕਰ ਕੈ, ਆਇਓ ਨਿਕਟ ਭਾਉ ਉਰ ਧਰ ਕੈ। ਉਹ ਦੋਵੇਂ ਰਾਖਸ਼ ਅੱਗੇ ਨੇ। ਭੀਖਣ ਜਿਹੜਾ ਹੈ ਉਹ ਬੜੀ ਸ਼ਰਧਾ, ਬੜੀ ਭਾਵਨਾ ਨਾਲ ਅੱਗੇ ਆ ਕੇ ਮਿਲਦਾ ਹੈ। ਹਾਂਜੀ। ਧਰੀ ਉਪਾਇਨ ਆਗੇ ਨੀ ਕੀ, ਬੰਧਨ ਕੀਐ ਸ਼ਰਧਾ ਧਰ ਜੀ ਕੀ। ਭੇਟਾ ਵੀ ਰੱਖੀ, ਮੱਥਾ ਵੀ ਟੇਕਿਆ। ਹਾਂਜੀ। ਰਾਮ ਨਾਮ ਕਹਿ ਬੈਠ ਸਮੀਪਾ, ਕੁਸ਼ਲ ਬੂਝ ਬੇਦੀ ਕੁਲ ਦੀਪਾ। ਇਹਨੇ ਆ ਕੇ ਰਾਮ ਰਾਮ ਕਿਹਾ, ਭੀਖਣ ਨੇ ਮੱਥਾ ਟੇਕਿਆ ਤੇ ਬਹਿ ਗਿਆ। ਗੁਰੂ ਨਾਨਕ ਦੇ ਪਿਤਾ ਮਹਾਰਾਜ ਭੀਖਣ ਨੂੰ ਫਿਰ ਪੁੱਛਦੇ ਨੇ ਕਿ ਭੀਖਣ ਸਾਨੂੰ ਇਹ ਦੱਸ। ਹਾਂਜੀ। ਬੋਲੇ ਬਹੁਰ ਸੁਣੋ ਲੰਕੇਸ਼ਾ, ਭਇਓ ਬਿਰਹਿ ਚਿਰ ਕਾਲ ਰਘੁਵੇਸ਼ਾ। ਸਤਿਗੁਰੂ ਕਹਿਣ ਲੱਗੇ ਭੀਖਣ ਇੱਕ ਦੱਸ, ਇਸ ਵੇਲੇ ਤੂੰ ਲੰਕੇਸ਼ ਹੈ, ਲੰਕਾ ਦਾ ਰਾਜਾ ਤੂੰ ਹੈ। ਰਾਵਣ ਨੂੰ ਮਾਰਨ ਤੋਂ ਬਾਅਦ ਰਾਜ ਭਾਗ ਜਿਹੜਾ ਸੀ ਸ਼੍ਰੀ ਰਾਮਚੰਦਰ ਜੀ ਨੇ ਉਹ ਤੈਨੂੰ ਦਿੱਤਾ ਸੀ। ਤੇ ਬੜੇ ਚਿਰ ਤੋਂ ਜਿਹੜੇ ਰਘੁਵੇਸ਼ ਨੇ ਉਹਨਾਂ ਦਾ ਤੇ ਤੇਰਾ ਬਿਰਹਾ ਬਣਿਆ ਹੋਇਆ, ਵਿਛੋੜਾ। ਜਿਹੜਾ ਬਿਰਹਾ ਸ਼ਬਦ ਹੈ ਨਾ, ਬਿਰਹਾ ਬਿਰਹਾ ਆਖੀ ਹੈ, ਇਹ ਵਿਛੋੜਾ ਜਿਹੜਾ ਹੈ, ਇਹਦੇ ਅਰਥ ਬੜੇ ਸੋਹਣੇ ਨੇ ਗੁਰਬਾਣੀ ਵਿੱਚ। ਬਿਰਹਾ ਕੀ ਹੈ? ਕਹਿੰਦੇ ਮਿਲਣ ਦੀ ਜਿਹੜੀ ਤੜਫ ਹੁੰਦੀ ਹੈ। ਵਿਛੜਨੇ ਨੂੰ ਬਿਰਹਾ ਨਹੀਂ ਆਖਿਆ। ਤੁਸੀਂ ਕਿਤੇ ਰਹਿੰਦੇ ਹੋ, ਮੈਂ ਕਿਤੇ ਰਹਿਣਾ, ਇਹ ਕੋਈ ਬਿਰਹਾ ਨਹੀਂ ਹੈ, ਇਹ ਡਿਸਟੈਂਸ ਹੈ, ਇਹ ਦੂਰੀ ਹੈ। ਪਰ ਜਿਹੜੀ ਮਿਲਣ ਦੀ ਤਾਂਘ ਹੈ, ਪੀੜਾ ਹੈ, ਉਹਨੂੰ ਬਿਰਹਾ ਕਹਿੰਦੇ ਨੇ। ਕਿ 24 ਘੰਟੇ ਬਹਾਨਾ ਲੱਭਦੇ ਫਿਰੀਏ ਆਪਾਂ ਵੀ ਕਿਵੇਂ ਮਿਲਿਆ ਜਾਏ, ਉਹਨੂੰ ਬਿਰਹਾ ਕਹਿੰਦੇ ਨੇ। ਹੁਣ ਬੜੇ ਲੋਕ ਵੇਖੇ ਹੋਣੇ ਤੁਸੀਂ, ਕੰਧ ਸਾਂਝੀ ਹੈ, ਪੁੱਛ ਲਿਓ ਕਈਆਂ ਨੂੰ ਕਿ ਭਾਜੀ ਨਾਲ ਦਾ ਘਰ ਕਿਹਦਾ, ਕਹਿਣਗੇ ਜੀ ਮੇਰੇ ਵੱਡੇ ਭਰਾ ਦਾ। ਠੀਕ ਨੇ, ਠੀਕ ਹੀ ਹੋਣੇ ਨੇ, ਠੀਕ ਹੀ ਹੋਣੇ ਨੇ। ਸਾਡੇ ਨਾਲ ਤੇ ਬੋਲ ਚਾਲ ਨਹੀਂ ਹੈਗਾ, ਤੇ ਬਾਕੀ ਕੀ ਬਚਿਆ? ਬਾਕੀ ਕੀ ਬਚਿਆ? ਇੱਕ ਵਿਅਕਤੀ ਹਜ਼ਾਰਾਂ ਮੀਲ ਦੂਰ ਹੈ, ਪਰ ਉਹ ਇਸ ਤੜਫ ਵਿੱਚ ਹੈ ਕਿ ਮੈਨੂੰ ਕਦੋਂ ਮੌਕਾ ਮਿਲੇ, ਕਦੋਂ ਸਮਾਂ ਬਣੇ। ਇਹ ਚੀਜ਼ਾਂ ਮੈਂ ਵਿਦੇਸ਼ ਵਿੱਚ ਜਾ ਕੇ ਵੇਖੀਆਂ ਨੇ। ਕਹਿੰਦੇ ਗਿਆਨੀ ਜੀ ਬਸ ਗ੍ਰੀਨ ਕਾਰਡ ਹੱਥ ਆ ਜਾਏ, ਸ਼ਾਮ ਦੀ ਫਲਾਈਟ ਇੰਡੀਆ ਚਲ ਜਾਣਾ। ਇਹ ਬਿਰਹਾ ਹੈ। ਇਸ ਕਰਕੇ ਨਹੀਂ ਕਿ ਗ੍ਰੀਨ ਕਾਰਡ ਮਿਲੇ ਤੇ ਮੈਨੂੰ PR ਮਿਲ ਜਾਏ, ਕਈ ਇੱਦਾਂ ਦੇ ਵੀ ਹੈਗੇ ਨੇ। ਗ੍ਰੀਨ ਕਾਰਡ ਵੀ ਮਿਲ ਗਿਆ ਫਿਰ ਨਹੀਂ ਤੁਰੇ, ਨਹੀਂ ਕੁਛ ਬਣਾ ਲਈਏ, ਉਦੋਂ ਨੂੰ ਘਰ ਦੇ ਅੱਧੇ ਜੀ ਮਰ ਜਾਂਦੇ ਨੇ ਮਗਰੋਂ। ਮੈਂ ਤਾਂ ਕਈ ਵਾਰੀ ਬੇਨਤੀ ਕਰਦਾ ਵੀ ਜਿਹਨੂੰ ਅਸੀਂ ਫੈਮਿਲੀ ਪ੍ਰਮੋਸ਼ਨ ਕਹਿੰਦੇ ਆ, ਅਗਰ ਤੁਸੀਂ ਵਿਦੇਸ਼ਾਂ ਦੇ ਵਿੱਚ ਕਿਤੇ ਕਾਪੀ ਪੈਨ ਲੈ ਕੇ, ਡਾਇਰੀ ਲੈ ਕੇ ਲਿਖਣਾ ਸ਼ੁਰੂ ਕਰੋ ਨਾ ਕਿ ਇਸ ਫੈਮਿਲੀ ਪ੍ਰਮੋਸ਼ਨ ਵਿੱਚ ਲੋਕਾਂ ਨੇ ਪੇ ਕਿੰਨਾ ਕੀਤਾ ਹੈ, ਉਹਦੀ ਕੀਮਤ ਕਿੰਨੀ ਦਿੱਤੀ ਹੈ। ਕਈਆਂ ਦੇ ਮਗਰੋਂ ਮਾਂ ਪਿਓ ਚਲੇ ਗਏ, ਕਈਆਂ ਦੇ ਮਗਰੋਂ ਭੈਣ ਭਰਾ ਚਲੇ ਗਏ, ਕਈਆਂ ਦੇ ਮਗਰੋਂ ਬੱਚਿਆਂ ਦੇ ਵਿਆਹ ਹੋ ਗਏ। ਦੱਸੋ ਇਸ ਤੋਂ ਪਰੇ ਹੋਰ ਕਿਹੜੇ ਸਮੇਂ ਹੁੰਦੇ ਨੇ ਜਿੱਥੇ ਸਾਨੂੰ ਇਕੱਠੇ ਹੋਣਾ ਚਾਹੀਦਾ ਹੈ? ਇਹ ਕੀ ਹੈ? ਇਹ ਹੈਗਾ ਪੇ ਕਰਨਾ। ਇਹ ਤਾਂ ਠੀਕ ਹੈ ਵੀ ਪਰਿਵਾਰ ਗਰੀਬ ਸੀ,
ਮਜ਼ਦੂਰੀ ਕਰਕੇ ਰੋਟੀ ਖਾਂਦੇ ਸੀ, ਮਹਿਲ ਮਾੜੀਆਂ ਬਣ ਗਈਆਂ, ਪਰ ਉਸ ਬੰਦੇ ਨੇ ਕਿੰਨੀ ਕੀਮਤ ਦਿੱਤੀ ਉਹਦੀ, ਕਿੰਨੇ ਵਿਅਕਤੀ ਉਹਦੀ ਜ਼ਿੰਦਗੀ 'ਚੋਂ ਉਸ ਸਮੇਂ 'ਚ ਚਲੇ ਗਏ, ਇਹ ਕੀਮਤ ਹੈ ਉਹਦੀ। ਮੈਂ ਤਾਂ ਜਦੋਂ ਵੀ ਅਰਦਾਸ ਦਾ ਉਹ ਸ਼ਬਦ ਆਉਂਦਾ ਹੈ ਨਾ ਵੀ ਤਿਨਾਂ ਦੀ ਕਮਾਈ ਦਾ ਧਿਆਨ ਧਰ ਕੇ ਬੋਲੋ ਜੀ ਵਾਹਿਗੁਰੂ, ਉਹਦੇ ਅਰਥ ਹੀ ਇਹ ਕਰਦਾ ਹੁੰਦਾ, ਕਿਉਂਕਿ ਸਾਡੇ ਅਰਥ ਕੀ ਨੇ, ਸਾਡੇ ਕਮਾਈ ਦਾ ਅਰਥ ਕੀ ਹੈ? ਕਮਾਈ ਦਾ ਅਰਥ ਹੁੰਦਾ ਸਾਡੇ ਐਟ ਪ੍ਰੈਜੈਂਟ ਜਿਹੜੇ ਪੈਸੇ ਡਿੱਗਦੇ ਨੇ ਅਸੀਂ ਉਹਨੂੰ ਕਮਾਈ ਗਿਣੀ ਜਾਂਦੇ ਆ, ਬੜੀ ਕਮਾਈ ਹੈ, ਬੜੀ ਸੇਲ ਹੈ ਇਹਨਾਂ ਦੀ, ਗਾਹਕ ਤੇ ਲਾਈਨਾਂ ਲੱਗੀਆਂ ਰਹਿੰਦੀਆਂ ਨੇ, ਕਹਿੰਦੇ ਅੰਦਰ ਮਸ਼ੀਨਾਂ ਲੱਗੀਆਂ ਨੇ ਨੋਟ ਗਿਣਨ ਵਾਲੀਆਂ, ਅਸੀਂ ਇਹਨੂੰ ਕਮਾਈ ਕਹਿੰਦੇ ਆ। ਮੈਂ ਕਿ ਕੱਲ ਬੜੇ ਅਮੀਰ ਸੱਜਣ ਵਿਛੜ ਗਏ ਨੇ, ਮੇਰੇ ਵੀ ਮਿੱਤਰ ਸੀ, ਉਹਨਾਂ ਦੇ ਬੇਟੇ ਕੋਲ ਬੈਠਾ ਸੀ, ਮਤਲਬ ਕਈ ਇੰਡਸਟਰੀਆਂ ਦੇ ਮਾਲਕ, ਕਹਿਣ ਲੱਗੇ ਸਾਡੇ ਫਾਦਰ ਨੇ ਬੰਬੇ ਦੀਆਂ ਟ੍ਰੇਨਾਂ ਤੇ ਬੱਸਾਂ ਦੇ ਵਿੱਚ ਸਮਾਨ ਵੇਚਿਆ, ਇਹ ਕਮਾਈ ਹੈ। ਉਹ ਇਹ ਕਮਾਈ ਨਹੀਂ ਹੈ ਵੀ ਅੱਜ ਫੈਕਟਰੀਆਂ ਕਿੰਨੀਆਂ ਨੇ, ਕਮਾਈ ਇਹ ਹੈ ਕਿ ਇੱਥੋਂ ਤੱਕ ਪਹੁੰਚਣ ਵਾਸਤੇ ਬੰਦੇ ਨੇ ਕੀਤਾ ਕੀ ਹੈ। ਤੁਹਾਡੀ ਕਮਾਈ ਇਹ ਹੈ। ਹੁਣ ਅੱਜ ਕਈ ਸੋਚਦੇ ਹੋਣਗੇ ਵੀ ਭਾਈ ਸਾਹਿਬ ਇੱਥੇ ਬੈਠੇ ਨੇ, ਪਰ ਸ਼ਾਇਦ ਉਹਨਾਂ ਨੂੰ ਇਹ ਨਹੀਂ ਪਤਾ ਵੀ ਜਦੋਂ ਪੰਜਾਬ 'ਚ ਮੁੰਡੇ ਚੁੱਕ ਕੇ ਲੈ ਜਾਂਦੇ ਸੀ ਨਾ, ਉਦੋਂ ਰਾਤ ਨੂੰ 10-11 ਵੱਜ ਜਾਣੇ, ਸਾਈਕਲ ਤੇ ਪਿੰਡਾਂ 'ਚੋਂ ਕਥਾ ਕਰਕੇ ਆਉਣੀ, ਤੇ 2 ਵਾਰੀ ਤਾਂ ਮੈਨੂੰ ਵੀ ਚੁੱਕਿਆ ਪੁਲਿਸ ਨੇ। ਹੁਣ ਉਹ ਧਿਆਨ ਕਿਸੇ ਨੇ ਨਹੀਂ ਧਰਨਾ, ਧਿਆਨ ਤੇ ਹੋਣ ਵਾਲਾ ਧਰੀ ਜਾਣਾ ਵੀ ਪੈਸੇ ਬਹੁਤ ਆਉਂਦੇ ਨੇ ਬਾਬੇ ਨੂੰ। ਹਰ ਬੰਦੇ ਦੀ ਲਾਈਫ ਜਿਹੜੀ ਹੈ ਉਹ ਥੱਲੇ ਤੋਂ ਸ਼ੁਰੂ ਹੋਈ ਹੈ। ਕਦੇ ਤੁਸੀਂ ਵੇਖ ਲਿਓ ਕੋਈ ਵੀ ਆਦਮੀ ਜਿਹੜਾ ਉੱਪਰ ਆਇਆ ਹੈ, ਉਹਦੀ ਜਦੋਂ ਲਾਈਫ ਦੀ ਤੁਸੀਂ ਸ਼ੁਰੂਆਤ ਪੜੋਗੇ ਤੁਸੀਂ ਹੈਰਾਨ ਹੋ ਜਾਓਗੇ। ਇੱਕ ਘਰ ਘਰ ਦੀ ਕਹਾਣੀ ਹੈ। ਸਾਡੀ ਗਲਤੀ ਕੀ ਹੈ? ਅਸੀਂ ਜਦੋਂ ਆਪਸ ਵਿੱਚ ਰਿਸ਼ਤੇਦਾਰ ਭੈਣ ਭਰਾ ਬੈਠਦੇ ਨਾ, ਅਸੀਂ ਗੱਪਾਂ ਮਾਰਦੇ, ਗੱਪਾਂ। ਇੱਕ ਲਿਫਾਫਾ ਭਰ ਕੇ ਛੱਡੇਗਾ, ਫਿਰ ਦੂਜਾ ਛੱਡੇਗਾ, ਫਿਰ ਤੀਜਾ ਛੱਡੇਗਾ। ਤੇ ਜੇ ਕਿਤੇ ਆਪਾਂ ਸਾਰੇ ਗੱਲਾਂ ਕਰੀਏ, ਮੇਰੇ ਇੱਕ ਮਿੱਤਰ ਨੇ ਬੜੇ ਸੌਖੇ ਨੇ, ਕਹਿੰਦੇ ਗਿਆਨੀ ਜੀ ਸ਼ਾਮ 84 ਦਾ ਨਾਂ ਸੁਣਿਆ, ਹੁਸ਼ਿਆਰਪੁਰ? ਮੈਂ ਕਿਹਾ ਸੁਣਿਆ, ਉਹਨੂੰ ਇਵਨਿੰਗ 84 ਵੀ ਕਹਿੰਦੇ ਨੇ। ਕਹਿੰਦੇ ਉੱਥੇ ਇੱਕ ਡੇਰਾ ਹੈ, ਕਹਿੰਦੇ ਉੱਥੇ ਅਸੀਂ ਖੰਡ ਪਾਠ ਦੀ ਡਿਊਟੀ ਕਰਦੇ ਹੁੰਦੇ ਸੀ। ਹੁਣ ਵੇਖੋ ਤੁਸੀਂ ਕਰਨਾ ਕੀ, ਦਿਨ ਵੇਲੇ ਖੰਡ ਪਾਠ ਦੀ ਡਿਊਟੀ ਕਰਨੀ ਤੇ ਰਾਤ ਨੂੰ ਗੱਡਾ ਲੈ ਕੇ ਅੰਮ੍ਰਿਤਸਰ ਜਾਣਾ ਤੇ ਗੱਡੇ ਤੇ ਨੀਂਦ ਪੂਰੀ ਕਰਨੀ, ਜਾਂਦਿਆਂ ਸੁੱਤੇ ਜਾਣਾ, ਆਉਂਦਿਆਂ ਵੀ ਸੁੱਤੇ ਆਉਣਾ। ਬਲਦ ਜਿਹੜੇ ਸੀ ਉਹ ਹਿਲੇ ਹੋਏ ਸੀ, ਉਹ ਗਾਡੀ ਰਾਹ ਪੈਂਦੇ ਸੀ, ਸਿੱਧੇ ਅੰਮ੍ਰਿਤਸਰ ਲੈ ਜਾਂਦੇ ਸੀ। ਹੁਣ ਅੱਜ ਤੁਸੀਂ ਗਿਣੋ ਵੀ ਉਸ ਬੰਦੇ ਕੋਲੇ ਜੀ 2 ਕਰੋੜ ਦੀ ਕਾਰ ਹੈ ਜੀ, 3 ਕਰੋੜ ਦੀ ਕਾਰ ਹੈ ਜੀ, ਪਰ ਕਮਾਈ ਹੈ ਕਿ ਬੜੇ ਬੰਦੇ ਨੇ ਜਿਨ੍ਹਾਂ ਨੇ 24 ਘੰਟਿਆਂ 'ਚੋਂ 18, 19, 20 ਘੰਟੇ ਰੋਜ਼ ਕੰਮ ਕੀਤਾ ਹੈ, ਔਰ ਉਹ ਵੀ ਉਦੋਂ ਜਦੋਂ ਰੋਟੀ ਵੀ ਨਹੀਂ ਸੀ ਮਿਲਦੀ। ਜਿੰਨੀ ਰੋਟੀ ਅੱਜ ਤੁਹਾਡੀ ਫਰਿੱਜ 'ਚ ਖਰਾਬ ਹੁੰਦੀ ਹੈ ਨਾ, ਇੰਨੀ ਰੋਟੀ ਹਫ਼ਤੇ 'ਚ ਨਹੀਂ ਸੀ ਬੰਦੇ ਨੂੰ ਖਾਣ ਨੂੰ ਮਿਲਦੀ ਹੁੰਦੀ, ਜਿਹੜੇ ਬੰਦਿਆਂ ਨੇ ਜੀਵਨ ਵਿੱਚ ਕਮਾਈ ਕੀਤੀ ਹੈ। ਬਿਰਹੇ ਤੋਂ ਅਰਥ ਕੀ ਹੈ? ਮਿਲਣ ਦੀ ਪੀੜਾ। ਸਿੱਖ ਬਿਰਹੇ ਦਾ ਅਰਥ, ਅੱਖਰੀ ਅਰਥ ਵਿਛੋੜਾ ਹੀ ਹੈ, ਪਰ ਉਹ ਵਿਛੋੜਾ ਨਹੀਂ ਕਿ ਤੁਸੀਂ ਮਿਲਣ ਨੂੰ ਕਦੇ ਇੱਛਾ ਹੀ ਨਹੀਂ ਪ੍ਰਗਟ ਕੀਤੀ, ਚਾਹੇ ਹੀ ਨਹੀਂ ਕਦੇ। ਬਿਰਹਾ ਉਹ ਹੈ ਜਿੱਥੇ ਤੁਸੀਂ ਹਰ ਘੜੀ ਇਸ ਤਾਕ ਵਿੱਚ ਹੋ
भी बहाना बने सही, कोई इधरों उधरों कोई थोड़ी जी गल रले सही, तू करेगा? हाँ जी मैं तो करांगा जी, मैनू तो भेजो जी, उन्हें भेजो जी। सतगुरु पूछते ने भपीखन भी बड़ा समा हो गया बई तेनू, बोले बहुर सुनो लंकेशा, भयो बिरह चिरकाल रघुवेशा। रघुवेश तो बिरहे दे विच तेनू ते बड़ा ही समा हो गया। मैं जिदन भाई निर्मल सिंह खालसे की बरसी सी ना, 2 अप्रैल वाले दिन ये गल अमृतसर कही सी और मैं रोया भी सी। और ये गल भी मैनू हुण जाके समझ आई है तकरीबन 50 सालों तो बाद, कि जिन्हों तुसी याद करते हो वो तुहाडा अपना नहीं है। ये चेता रखना, किताब 'च लिख लेना इनू। जिन्हों याद करना पवे वो तुहाडा अपना नहीं है, अपनिਆਂ ਨੂੰ ਤਾਂ ਭੁਲਾਉਣਾ ਪੈਂਦਾ है। अपनिਆਂ ਨੂੰ ਭੁਲਾਉਣਾ ਪੈਂਦਾ है। ਤੁਸੀਂ ਕਦੇ ਵੇਖਿਓ ਭੈਣਾਂ ਹੋਣ ਭਰਾ ਨਾ ਹੋਵੇ, ਜਦੋਂ ਭਰਾ ਦੇ ਬੱਚਿਆਂ ਦੀ ਸ਼ਾਦੀ ਹੋਏਗੀ ਭੈਣਾਂ ਉਦੋਂ ਹੀ ਰੋਣਗੀਆਂ, ਤੇ ਭਰਜਾਈ ਦੀਆਂ ਭੈਣਾਂ ਜਿਹੜੀਆਂ ਹੋਣਗੀਆਂ ਉਹ ਕਹਿਣਗੀਆਂ ਇਹਨਾਂ ਤੇ ਬਦ ਸਗਣੀ ਕਰਨੀ ਹੈ ਨਾ। मतलब ਜਿਹੜੀ ਜਿਹਦੇ ਭਣੇਵੇਂ ਨੇ ਉਹ ਇਹ ਬੋਲੇਗੀ ਤੇ ਜਿਹਦੇ ਭਤੀਜੇ ਨੇ ਉਹ ਰੋਏਗੀ। ਪੁੱਛੋ ਵੀ ਰੋਂਦੀ ਕਿਉਂ ਹੈ ਤੂੰ? ਉਹ ਰੋਣਾ ਇਸ ਗੱਲ ਦਾ ਵੀ ਅੱਜ ਸਾਡਾ ਵੀਰ ਹੁੰਦਾ ਨਾ, मतलब ਸੀ ਕਿ ਅੱਜ ਸਾਡਾ ਭਰਾ ਵਿੱਚ ਹੁੰਦਾ। ਜਦੋਂ ਭਤੀਜਿਆਂ ਦੇ ਵਿਆਹ ਹੋਣ ਲੱਗੇ ਨੇ ਤੇ ਖੁਸ਼ੀ ਕਿੰਨੀ ਵੱਡੀ ਹੁੰਦੀ। ਹੁਣ ਇਹਨੂੰ ਕਹਿੰਦੇ ਨੇ ਪਿਆਰ। ਜਦੋਂ ਘਰ ਵਿੱਚ ਖੁਸ਼ੀ ਦਾ ਕੋਈ ਕੰਮ ਹੋਏਗਾ, ਜਦੋਂ ਤੁਸੀਂ ਕਿਸੇ ਨੂੰ ਰੋਵੋ, ਇਹਦਾ ਮਤਲਬ ਤੁਹਾਨੂੰ ਭੁੱਲ ਨਹੀਂ ਰਿਹਾ। ਤੇ ਜਿਹਦਾ ਚੇਤਾ ਹੀ ਨਹੀਂ ਕਦੇ ਆਇਆ ਉਹ ਆਪਣਾ ਥੋੜਾ ਸੀਗਾ, ਉਹ ਤੁਹਾਡਾ ਆਪਣਾ ਨਹੀਂ ਸੀ। ਆਪਣੇ ਤਾਂ ਭੁਲਾਉਣੇ ਪੈਂਦੇ ਨੇ। ਇਸੇ ਕਰਕੇ ਸਤਿਗੁਰੂ ਨੇ ਕਿਹਾ ਨਾ ਵੀ ਰੱਬ ਨੂੰ ਕਿਵੇਂ ਯਾਦ ਕਰਨਾ ਹੈ, ਕਹਿੰਦੇ ਜਿਵੇਂ ਮੱਛੀ ਕਰਦੀ ਹੈ। ਵੀ ਗੁਰੂ ਤੇਗ ਬਹਾਦਰ ਸਾਹਿਬ, ਮੱਛੀ ਕਦੋਂ ਪਾਣੀ ਪਾਣੀ ਕਰਦੀ ਹੈ? ਸੁਣਿਆ ਕਿਸੇ ਨੇ ਮੱਛੀ ਨੂੰ ਪਾਣੀ ਪਾਣੀ ਕਰਦੇ ਆ? ਨਹੀਂ। ਮੱਛੀ ਕੋਲ ਤੇ ਜ਼ੁਬਾਨ ਹੀ ਨਹੀਂ ਹੈ, ਮੱਛੀ ਤਾਂ ਬੋਲਦੀ ਨਹੀਂ ਹੈ। ਹਾਂ ਜੇ ਤੁਸੀਂ ਵੇਖਣਾ ਹੋਵੇ ਤਾਂ ਉਹਨੂੰ ਪਾਣੀ ਚੋਂ ਬਾਹਰ ਕੱਢ ਕੇ ਵੇਖਿਓ ਤੜਫਦੀ ਕਿਵੇਂ ਹੈ, ਉੱਥੋਂ ਪਤਾ ਲੱਗੇਗਾ ਵੀ ਉਹ ਪਾਣੀ ਕੀ ਹੈ। ਪਾਣੀ ਉਹਦਾ ਜੀਵਨ ਹੈ, ਪਾਣੀ ਉਹਦੀ ਮौज ਮਸਤੀ ਨਹੀਂ ਹੈ, ਪਾਣੀ ਉਹਦਾ ਸ਼ੌਕ ਨਹੀਂ ਹੈ। ਸਾਡੇ ਤਾਂ ਸ਼ੌਕ ਨੇ, ਸਾਡੀ ਤਾਂ मौज ਮਸਤੀ ਹੈ ਸੰਸਾਰ ਦੀਆਂ ਚੀਜ਼ਾਂ। ਜੀਵਨ ਨਹੀਂ ਹੈ। ਜੀਵਨ ਉਹ ਹੈ ਜਿਹਦੇ ਬਿਨਾਂ ਤੁਸੀਂ ਤੜਫੋਗੇ। ਜਿੱਦਣ ਪਾਠ ਨਹੀਂ ਹੋਇਆ, ਜਿੱਦਣ ਗੁਰਦੁਆਰੇ ਨਹੀਂ ਗਏ, ਜਿੱਦਣ ਕੀਰਤਨ ਨਹੀਂ ਸੁਣਿਆ, ਜਿੱਦਣ ਕਥਾ ਨਹੀਂ ਸੁਣੀ, ਅਗਰ ਤੁਹਾਡਾ ਮਨ ਤੜਫਦਾ ਹੈ, ਇਹਦਾ ਅਰਥ ਹੈ ਤੁਹਾਨੂੰ ਪਿਆਰ ਹੈ। ਤੇ ਜੇ ਡੱਡੂ ਵਾਲੀ ਗੱਲ ਹੈ ਵੀ ਪਾਣੀ 'ਚ ਛਾਲ ਮਾਰਤੀ ਤਾਂ ਕੋਈ ਨਹੀਂ, ਪਾਣੀ 'ਚੋਂ ਬਾਹਰ ਕੰਢੇ 'ਤੇ ਛਾਲ ਮਾਰਤੀ ਤਾਂ ਕੋਈ ਨਹੀਂ, ਪਾਣੀ ਵਿੱਚ ਬਹਿ ਕੇ ਡਿਆਂ ਡਿਆਂ ਕਰ ਲਈ ਤਾਂ ਕੋਈ ਨਹੀਂ, ਝਾੜੀਆਂ 'ਚ ਬਹਿ ਕੇ ਕਰ ਲਈ ਤਾਂ ਕੋਈ ਨਹੀਂ। ਜਿਹੜਾ ਇੱਦਾਂ ਕਰੇ ਉਹ ਡੱਡੂ ਵਰਗਾ ਹੈ, ਤੇ ਜਿਹੜਾ ਪਾਣੀ ਤੋਂ ਬਿਨਾਂ ਤੜਫੇ ਉਹ ਮੱਛੀ ਵਰਗਾ ਹੈ। ਹਾਂਜੀ। ਮੇਲ ਫੇਰ ਕੀਨੋ ਕਹਿ ਨਾਹੀ, ਮਹਾ ਭਗਤ ਤੂੰ ਦਹਿ ਤਨ ਮਾਹੀ। ਮੇਲ ਫੇਰ ਕੀਨੋ ਕਹਿ ਨਾਹੀ। ਭੀਖਣ ਕਦੇ ਮੁੜ ਕੇ ਰਾਮਚੰਦਰ ਜੀ ਦਾ ਤੇਰੇ ਨਾਲ ਮੇਲ ਹੋਇਆ? ਕਿਉਂਕਿ ਦੈਂਤਾਂ ਵਿੱਚੋਂ ਤੂੰ ਵੱਡਾ ਭਗਤ ਸੀ। ਦੈਂਤਾਂ ਦੇ ਵਿੱਚੋਂ, ਨਹੀਂ ਤੇ ਬਾਕੀ ਤੇ ਸਾਰੇ ਦੈਂਤ ਜਿਹੜੇ ਸੀ ਉਹ ਰਾਮਚੰਦਰ ਜੀ ਦੇ ਵਿਰੋਧੀ ਸੀ, ਦੁਸ਼ਮਣ ਸੀ। ਉਹ ਤੇ ਦੇਵਤਿਆਂ ਨੂੰ ਮਾਰਦੇ ਸਨ। ਹਾਂਜੀ। ਲਖੇ ਬਭੀਖਨ ਸੰਤ ਸੋ ਪੂਰੇ, ਹਾਥ ਬੰਦ ਬੋਲਿਓ ਬਾਚ ਰੂਰੇ। ਲਖੇ ਬਭੀਖਨ ਸੰਤ ਸੋ ਪੂਰੇ।
ਭੀਖਣ ਨੂੰ ਸਮਝ ਆ ਗਈ, ਕਿਉਂਕਿ ਬ੍ਰਹਮ ਗਿਆਨੀ ਕੀ ਗਤ ਬ੍ਰਹਮ ਗਿਆਨੀ ਜਾਣੇ। ਕਈ ਬੰਦੇ ਨਾ ਤੁਹਾਡੇ ਨਾਲ ਨਾ ਅੱਟੇ ਸੱਟੇ ਲਾਉਣਗੇ, ਐਵੇਂ ਹੀ ਤੁਹਾਡਾ ਫਿਰ ਭਾਈ ਸਾਹਿਬ ਪਿੰਡ ਫਲਾਣਾ ਹੈ ਨਾ, ਨਹੀਂ ਨਹੀਂ ਮੈਨੂੰ ਤੇ ਲੱਗਦਾ ਪਰ ਸ਼ਾਇਦ ਪਤਾ ਨਹੀਂ ਆਪਾਂ ਮਿਲੇ ਆ ਕਿਤੇ, ਮਤਲਬ ਇੱਦਾਂ ਤੇ ਜੋਤਸ਼ੀ ਟੇਵੇ ਨਹੀਂ ਲਾਉਂਦਾ ਜਿੱਦਾਂ ਕਈ ਬੰਦੇ ਲਾਉਣ ਲੱਗ ਜਾਣਗੇ। ਪਰ ਜਿਹੜਾ ਵਿਅਕਤੀ ਤੁਹਾਡਾ ਹਮਰਾਜ ਹੋਏਗਾ, ਜਿਹੜਾ ਤੁਹਾਡਾ ਵਿਅਕਤੀ ਹਮ ਸਫਰ ਹੋਏਗਾ, ਉਹ ਤੁਹਾਨੂੰ ਬੜੀ ਪਤੇ ਦੀ ਗੱਲ ਸੁਣਾਏਗਾ, ਤੇ ਫਿਰ ਤੁਹਾਨੂੰ ਬਹੁਤੀਆਂ ਗੱਲਾਂ ਦੀ ਲੋੜ ਨਹੀਂ ਪੈਗੀ। ਭੀਖਣ ਨੂੰ ਸਮਝ ਆ ਗਈ ਕਿ ਇਹ ਜਿਹੜੀਆਂ ਦਰਵੇਸ਼ ਆਇਆ ਗੱਲਾਂ ਕਰਦਾ ਹੈ ਨਾ, ਇਹ ਆਮ ਵਿਅਕਤੀ ਨਹੀਂ ਹੈ। ਇਹ ਕਿਸੇ ਨੂੰ ਕੀ ਪਤਾ ਹੈ। ਇਹ ਜਿਹੜੇ ਸਾਡੇ ਬਜ਼ੁਰਗ ਕਹਿੰਦੇ ਸੀ ਨਾ ਵੀ ਜਿਸ ਤਨ ਲਾਗੈ ਸੋਈ ਜਾਣੈ, ਕੌਣ ਜਾਣੈ ਪੀਰ ਭਰਾਈ। ਦੂਜੇ ਦੀ ਪੀੜਾ ਨੂੰ ਕੌਣ ਸਮਝ ਸਕਦਾ ਹੈ। ਵੇਖੋ, ਜਿਸ ਬੰਦੇ ਦਾ ਨੁਕਸਾਨ ਨਹੀਂ ਹੋਇਆ ਉਹਨੂੰ ਦੂਜੇ ਦੇ ਨੁਕਸਾਨ ਦੀ ਕੋਈ ਕੀਮਤ ਨਹੀਂ ਜੇ ਪਤਾ। ਮੈਂ ਤੇ ਗੱਲ ਛੋਟੇ ਹੁੰਦਿਆਂ ਸੁਣੀ ਸੀ, ਕਹਿੰਦੇ ਬੁੱਢਾ ਭਾਵੇਂ ਕਿਸੇ ਦਾ ਵੀ ਮਰੇ, ਕਹਿੰਦੇ ਜਦੋਂ ਮਾਈਆਂ ਜਾ ਕੇ ਰੋਂਦੀਆਂ ਨੇ ਨਾ, ਉਹਨਾਂ ਦੇ ਬੁੱਢੇ ਨੂੰ ਨਹੀਂ ਰੋਂਦੀਆਂ, ਆਪਣੇ ਨੂੰ ਰੋਂਦੀਆਂ ਨੇ। ਉਹਨਾਂ ਨੂੰ ਆਪਣਾ ਬਾਪੂ ਚੇਤੇ ਆਉਂਦਾ ਹੈ। ਉਹਨਾਂ ਨੂੰ ਉਸ ਵੇਲੇ ਉਹ ਸੀਨ ਆਪਣਾ ਨਜ਼ਰ ਆਉਂਦਾ ਵੀ ਕਦੇ ਇਸ ਤਰ੍ਹਾਂ ਸਾਡਾ ਵੀ ਫਾਦਰ ਗਿਆ ਸੀ, ਸਾਡੇ ਘਰ 'ਚ ਵੀ 70 ਵਿਛਿਆ ਸੀ, ਅਸੀਂ ਵੀ ਇਸੇ ਤਰ੍ਹਾਂ ਹੀ ਇਕੱਲੇ ਰਹਿ ਗਏ ਸਾਂ। ਉਹਨਾਂ ਨੂੰ ਆਪਣੀ ਪੀੜਾ ਜਿਹੜੀ ਹੈ ਉਹ ਸਾਹਮਣੇ ਪ੍ਰਗਟ ਹੁੰਦੀ ਹੈ। ਹਾਂਜੀ। ਸੁਨਹੁ ਸੰਤ ਜਬ ਕਾ ਮੈਂ ਈਸ਼ਵਰਾ, ਤਬ ਕਾ ਰਾਮ ਨਾਮ ਉਰ ਤਰਾ। ਹਾਥ ਬੰਦ ਬੋਲਿਓ ਬਚ ਰੂੜੇ। ਭੀਖਣ ਨੇ ਅੱਗੋਂ ਕਿਹਾ, ਕਹਿਣ ਲੱਗਾ ਸੰਤ ਜੀ ਇਹ ਠੀਕ ਹੈ, ਮੈਂ ਸ਼੍ਰੀ ਰਾਮਚੰਦਰ ਜੀ ਤੋਂ ਵਿਛੜ ਗਿਆ, ਪਰ ਮੈਂ ਇੱਕ ਕੰਮ ਕੀਤਾ। ਕਹਿੰਦੇ ਕੀ? ਕਹਿੰਦੇ ਰਾਮ ਨਹੀਂ ਤੇ ਨਾ ਸਹੀ, ਕਹਿੰਦਾ ਪਰ ਮੈਂ ਰਾਮ ਦਾ ਨਾਂ ਆਪਣੇ ਹਿਰਦੇ ਵਿੱਚ ਪੱਲੇ ਬੱਧਾ ਹੋਇਆ ਹੈ। ਰਾਮ ਦਾ ਨਾਮ ਜਿਹੜਾ ਹੈ ਉਹ ਪੱਲੇ ਬੱਧਾ ਹੋਇਆ ਹੈ। ਅਗਰ ਕੋਈ ਵਿਅਕਤੀ ਤੁਹਾਨੂੰ ਬੜੀ ਦੇਰ ਬਾਅਦ ਮਿਲੇ, ਬੜੀ ਦੇਰ ਬਾਅਦ, ਤੁਸੀਂ ਇਹ ਸੋਚਦੇ ਹੋ ਵੀ ਸ਼ਾਇਦ ਭੁੱਲ ਗਿਆ ਹੋਏਗਾ, ਤੇ ਉਹ ਵਿਅਕਤੀ ਤੁਹਾਨੂੰ ਮਿਲੇ ਤੇ ਤੁਹਾਨੂੰ ਆਪਣੇ ਫੋਨ 'ਚੋਂ ਫੋਟੋ ਕੱਢ ਕੇ ਵਿਖਾ ਦੇਵੇ, ਤੁਸੀਂ ਕੀ ਮਹਿਸੂਸ ਕਰੋਗੇ? ਵੀ ਯਾਰ ਕਮਾਲ ਹੈ, ਇਸ ਬੰਦੇ ਨੇ ਤੇ ਮੈਨੂੰ ਭੁਲਾਇਆ ਹੀ ਨਹੀਂ। ਭਾਈ ਵੀਰ ਸਿੰਘ ਨੇ ਲਿਖਿਆ ਹੈ, ਹੋਵੇ ਪਿਆਰ ਤੇ ਪਿਆਰੜਾ ਪਾਸ ਵਸੇ, ਕਦੇ ਅੱਖੀਆਂ ਤੋਂ ਨਾ ਹੋਏ ਓਲੇ। ਨਹੀਂ, ਉਹ ਨਜ਼ਰਾਂ ਤੋਂ ਦੂਰ ਜਾ ਹੀ ਨਹੀਂ ਸਕਦਾ। ਹਾਂਜੀ। ਨਹਿ ਬਿਸਰਿਓ ਮੈਂ ਜਾਨੋ ਤਿਨ ਕੋ, ਚਿਤ ਮਹਿ ਨਾਮ ਬਸਤ ਨਿਤ ਜਿਨ ਕੋ। ਮੈਂ ਜਾਣਦਾ ਮੈਂ ਉਹਨਾਂ ਤੋਂ ਵਿਛੜਿਆ, ਪਰ ਮੇਰੇ ਚਿੱਤ ਵਿੱਚੋਂ ਕਦੇ ਉਹਨਾਂ ਦਾ ਨਾਮ ਨਹੀਂ ਨਿਕਲਿਆ। ਹਾਂਜੀ। ਹਿਰਦੈ ਧਰ ਕੇ ਧਿਆਨ ਮੁਕੰਦਾ, ਨਿਤਾ ਪ੍ਰਤੀ ਹਉ ਮਗਨ ਆਨੰਦਾ। ਇਸ ਕਰਕੇ ਮੈਂ ਦਿਨ ਰਾਤ ਉਹਨਾਂ ਦਾ ਧਿਆਨ ਧਰਦਾ, ਆਪਣੀ ਸੁਰਤੀ ਉਹਨਾਂ ਵਿੱਚ ਜੋੜ ਕੇ ਆਨੰਦਿਤ ਰਹਿਣਾ, ਮੈਂ ਮਗਨ ਰਹਿਣਾ, ਮਸਤ ਰਹਿਣਾ। ਹਾਂਜੀ। ਬੇਲ ਸਰੀਰਨ ਕੋ ਬਣਿਓ, ਵਿਸ਼ਰਨ ਹੈ ਇਨ ਅੰਤ। ਕਹਿਣ ਲੱਗਾ ਸੰਤ ਜੀ ਮਿਲਣਾ ਇਹਨਾਂ ਸਰੀਰਾਂ ਦਾ, ਹਰ ਮਿਲਣ ਵਾਲੇ ਨੂੰ ਇੱਕ ਗੱਲ ਚੇਤਾ ਰੱਖਣੀ ਚਾਹੀਦੀ ਵੀ ਇਹਨੇ ਵਿਛੜਨਾ ਜ਼ਰੂਰ ਜੇ। ਜਦੋਂ ਅਸੀਂ ਕਹਿੰਦੇ ਹਾਂ ਨਾ ਵੀ ਚਲੋ ਆਪਾਂ ਬੈਠਦੇ ਹਾਂ ਜੀ, ਮਿਲਦੇ ਹਾਂ ਜੀ, ਫਿਰ ਇਹ ਚੇਤਾ ਜ਼ਰੂਰ ਰੱਖਣਾ ਵੀ ਇੱਕ ਟਾਈਮ ਐਸਾ ਜ਼ਰੂਰ ਆਏਗਾ ਜਦੋਂ ਸਾਨੂੰ ਇੱਕ ਦੂਜੇ ਦੇ ਕੋਲੋਂ ਉੱਠਣਾ ਪਏਗਾ, ਵਿਛੜਨਾ ਪਏਗਾ। ਹਾਂਜੀ। ਮਿਲੇ ਨ ਬਿਸਰੇ ਸੇ ਸਦਾ,
ਜਿਨ ਉਰ ਨਾਮ ਸੁਮੰਤ। ਜਿਹੜੇ ਮਨ ਵਿੱਚ ਮੰਤਰ ਵਸਾ ਲੈਂਦੇ ਨੇ ਉਹ ਕਦੇ ਵਿਛੜਦੇ ਨਹੀਂ, ਉਹ ਕਦੇ ਦੂਰ ਨਹੀਂ ਹੁੰਦੇ। ਹਾਂਜੀ। ਜਬ ਸ਼੍ਰੀ ਰਾਮ ਲੰਕ ਚੜ ਆਇਓ, ਦਸ ਮਿਰ ਕੋ ਮੈਂ ਤਬ ਸਮਝਾਇਓ। ਕਹਿਣ ਲੱਗਾ ਜੀ ਜਦੋਂ ਸ਼੍ਰੀ ਰਾਮਚੰਦਰ ਜੀ ਨੇ ਸਮੁੰਦਰ ਪਾਰ ਕਰ ਲਿਆ, ਲੰਕਾ ਵਿੱਚ ਪ੍ਰਵੇਸ਼ ਕਰ ਲਿਆ, ਬਪੀਖਣ ਕਹਿੰਦਾ ਮੈਂ ਦੌੜ ਕੇ ਗਿਆ ਰਾਵਣ ਦੇ ਕੋਲ, ਭਰਾ ਸੀ, ਕਹਿੰਦਾ ਮੈਂ ਜਾ ਕੇ ਉਹਨੂੰ ਕਿਹਾ, ਦੱਸਿਆ ਉਸ ਨੂੰ ਮੈਂ। ਹਾਂਜੀ। ਸੀਤਾ ਦੇ ਮਿਲੋ ਰਘੁਨਾਥੰ, ਰਾਜ ਕਰੋ ਬੈਠੇ ਸੁਖ ਸਾਥੰ। ਮੈਂ ਜਾ ਕੇ ਕਿਹਾ ਭਰਾਤਾ ਸ਼੍ਰੀ ਸੀਤਾ ਵਾਪਸ ਕਰ ਦੇ, ਸੀਤਾ ਵਾਪਸ ਕਰ ਦੇ, ਜੰਗ ਨਹੀਂ ਹੋਏਗੀ, ਜੰਗ ਨਹੀਂ ਹੋਏਗੀ ਤੇ ਕੋਈ ਬਰਬਾਦੀ ਨਹੀਂ ਹੋਏਗੀ। ਸ਼੍ਰੀ ਰਾਮਚੰਦਰ ਵਾਪਸ ਚਲੇ ਜਾਣਗੇ, ਤੁਸੀਂ ਆਪਣਾ ਲੰਕਾ ਵਿੱਚ ਬਹਿ ਕੇ ਰਾਜ ਕਰੋ, ਤੁਸੀਂ ਕੀ ਲੈਣਾ ਹੈ। ਪਰ ਹੋਇਆ ਕੀ? ਕਹਿੰਦਾ ਮੈਂ ਜਾ ਕੇ ਰਾਵਣ ਨੂੰ ਕਿਹਾ। ਹਾਂਜੀ। ਕਰਿਓ ਕ੍ਰੋਧ ਤਿਨ ਲਾਤ ਪ੍ਰਹਾਰੀ, ਕੀਨ ਅਨਾਦਰ ਸਭਾ ਮਜਾਰੀ। ਤੇ ਰਾਵਣ ਨੇ ਅੱਗੋਂ ਇਹ ਨਹੀਂ ਆਖਿਆ ਕਿ ਨਹੀਂ ਜਾ ਬਭੀਖਣ ਆਪਣਾ ਕੰਮ ਕਰ ਜਾ ਕੇ। ਕਹਿੰਦੇ ਰਾਵਣ ਨੇ ਬਭੀਖਣ ਦੇ ਲੱਤ ਦੇ ਕੱਢ ਮਾਰੀ, ਉੱਠਿਆ ਸਿੰਘਾਸਣ ਤੋਂ, ਲੱਤ ਮਾਰ ਕੇ ਸੁੱਟਦਾ ਵੀ ਤੇਰੀ ਹਿੰਮਤ ਕਿੱਦਾਂ ਪਈ ਤੂੰ ਆ ਕੇ ਕਵੇਂ ਵੀ ਸੀਤਾ ਵਾਪਸ ਕਰ ਦਿਓ। ਬਭੀਖਣ ਕਹਿੰਦਾ ਵੀ ਮੈਂ ਬੇਪੱਤ ਹੋਇਆ ਭਰੀ ਸਭਾ ਦੇ ਵਿੱਚ, ਔਰ ਕੀਤਾ ਵੀ ਮੇਰੇ ਵੱਡੇ ਭਰਾ ਨੇ, ਰਾਵਣ ਨੇ ਕੀਤਾ। ਹਾਂਜੀ। ਲਾਤ ਪ੍ਰਹਾਰ ਕਸ਼ਟ ਸਹਿ ਤਬ ਹੀ, ਦਹਿ ਦਿਸ ਦੀਨ ਭਇਓ ਮੈਂ ਤਬ ਹੀ। ਕਹਿੰਦਾ ਲੱਤ ਦੀ ਦਰਦ ਵੀ ਬਹੁਤ ਹੋਈ, ਬੜਾ ਬਲੀ ਸੀ ਰਾਵਣ, ਕੋਈ ਛੋਟਾ ਜਿਹਾ ਥੋੜਾ ਸੀ। ਪਰ ਦਸਾਂ ਦਿਸ਼ਾਵਾਂ ਦੇ ਵਿੱਚ, ਮਹਿਲਾਂ ਦੇ ਵਿੱਚ ਜਦੋਂ ਲੱਤ ਵੱਜੀ ਹੈ, ਦਰਬਾਰ 'ਚ ਜਦੋਂ ਲੱਤ ਵੱਜੀ ਹੈ, ਤੇ ਦਸਾਂ ਦਿਸ਼ਾਵਾਂ ਦਾ ਅਰਥ ਹੁੰਦਾ ਵੀ ਸੱਜੇ ਖੱਬੇ, ਅੱਗੇ ਪਿੱਛੇ, ਉੱਪਰ ਥੱਲੇ। ਕਹਿੰਦਾ ਮੈਨੂੰ ਧਰਤੀ ਨੇ ਥਾਂ ਨਹੀਂ ਦਿੱਤੀ ਵੀ ਮੈਂ ਹੁਣ ਕਿੱਥੇ ਗਰਕ ਹੋ ਜਾਵਾਂ। ਦਹਿ ਦਿਸ਼ ਦੀਨ ਭਇਓ ਮੈਂ ਤਬ ਹੀ, ਔਰ ਕਿਸੇ ਨੇ ਮੇਰੇ ਲਈ ਕੋਈ ਸ਼ਬਦ ਨਹੀਂ ਬੋਲਿਆ, ਕਿਸੇ ਦੀ ਹਿੰਮਤ ਨਹੀਂ ਪਈ ਰਾਵਣ ਦੇ ਦਰਬਾਰ ਦੇ ਵਿੱਚ ਕੋਈ ਬੋਲ ਸਕੇ, ਕਹਿ ਸਕੇ ਕਿ ਲੰਕੇਸ਼ ਇਹ ਤੁਹਾਡੇ ਲਈ ਯੋਗ ਨਹੀਂ, ਠੀਕ ਨਹੀਂ ਹੈ। ਹਾਂਜੀ। ਰਾਮਚੰਦ ਕੀ ਤਕੀ ਸ਼ਰਨਾ, ਤਹ ਛਿਨ ਭਇਓ ਹਿਰਦੈ ਅਸ ਫੁਰਨਾ। ਕਹਿਣ ਲੱਗਾ ਮੇਰੇ ਮਨ ਵਿੱਚ ਇੱਕ ਫੁਰਨਾ ਆ ਗਿਆ ਕਿ ਇਸ ਰਾਖਸ਼ ਕੋਲੋਂ ਲੱਤਾਂ ਖਾਣ ਦੀ ਥਾਂ ਮੈਨੂੰ ਸ਼੍ਰੀ ਰਾਮਚੰਦਰ ਜੀ ਦੀ ਸ਼ਰਨ ਚਲੇ ਜਾਣਾ ਚਾਹੀਦਾ ਹੈ। ਇਹ ਗਲਤ ਹੈ, ਇਹ ਉਹਨਾਂ ਦੀ ਇਸਤਰੀ ਚੁੱਕ ਕੇ ਲਿਆਇਆ, ਉਹ ਗਲਤ ਨਹੀਂ ਹੈ। ਉਹਨਾਂ ਦਾ ਫੌਜ ਲੈ ਕੇ ਆਉਣਾ ਉਹਨਾਂ ਦਾ ਧਰਮ ਹੈ, ਉਹਨਾਂ ਦੀ ਡਿਊਟੀ ਹੈ। ਹਾਂਜੀ। ਗੜ ਲੰਕਾ ਕੋ ਮਾਰੈ ਜਬ ਹੀ, ਵਿਜੈ ਹੋਏ ਰਘੂਪਤ ਕੀ ਤਬ ਹੀ। ਫਿਰ ਕੀ ਹੋਇਆ ਕਿ ਜਿਵੇਂ ਹੀ ਰਾਵਣ ਮਾਰਿਆ ਗਿਆ ਤੇ ਸ਼੍ਰੀ ਰਾਮਚੰਦਰ ਜੀ ਦੀ ਵਿਜੇ ਹੋ ਗਈ, ਜਿੱਤ ਹੋ ਗਈ। ਹਾਂਜੀ। ਮੁਝੈ ਰਾਜ ਦੇਹ ਲੰਕ ਸਮੇਤਾ, ਇਉਂ ਵਿਚਾਰ ਕਰ ਚੱਲਿਓ ਕਨਕੇਤਾ। ਮੈਨੂੰ ਸ਼੍ਰੀ ਰਾਮਚੰਦਰ ਜੀ ਨੇ ਇੱਥੋਂ ਦਾ ਰਾਜ ਭਾਗ ਬਖਸ਼ ਦਿੱਤਾ ਤੇ ਸ਼੍ਰੀ ਰਾਮਚੰਦਰ ਜਿਹੜੇ ਸੀ ਉਹ ਵਾਪਸ ਚਲੇ ਗਏ। ਹਾਂਜੀ। ਗਮਨਿਓ ਸਨਮੁਖ ਹੋਏ ਅਨਾਥਾ, ਜਾਏ ਦਰਸ਼ ਦੇਖਿਓ ਰਘੁਨਾਥਾ। ਕਹਿੰਦਾ ਮੈਂ ਸਨਮੁਖ ਹੋ ਕੇ ਗਿਆ, ਮੈਂ ਜਾ ਕੇ ਸ਼੍ਰੀ ਰਾਮਚੰਦਰ ਜੀ ਦੇ ਦਰਸ਼ਨ ਕੀਤੇ। ਹਾਂਜੀ। ਰਾਜ ਚਾਹੇ ਤਹਿ ਛਿਨ ਮਿਟ ਗਈ, ਇਉਂ ਵਿਚਾਰ ਉਰ ਮੈਂ ਸ਼ੁਭ ਭਈ। ਉਹਨਾਂ ਦੇ ਦਰਸ਼ਨਾਂ ਦਾ ਇੱਕ ਪ੍ਰਤਾਪ ਹੋਇਆ ਕਿ ਜਿਹੜੀ ਰਾਜ ਕਰਨ ਦੀ ਇੱਛਾ ਹੁੰਦੀ ਹੈ ਨਾ, ਕਹਿੰਦੇ ਉਹ ਚਲੀ ਗਈ। ਰਾਜ ਤੇ ਹੈ ਹੀ ਸੀ। ਅੱਜ ਵੀ ਜਿਹੜਾ ਕਲੇਸ਼ ਹੈ ਨਾ ਰਾਜਨੀਤੀ ਦਾ, ਉਹ ਇਹੋ ਹੀ ਹੈ। ਹੁਣ ਸਵਾਲ ਇਹ ਨਹੀਂ ਹੈ ਕਿ ਅੱਜ ਦਾ ਪ੍ਰਧਾਨ ਮੰਤਰੀ ਕੌਣ ਹੈ,
सवाल भी इस तो अगला कौन होएगा। आ जो कुछ हो रहा है साडे नाल, इस गल तो हो रहा भी अगली बारी भी मैं ही बनना है। ये सारी साड़ सती उस चीज की है। इनू कहते ने इच्छा। हुण जे कहिए राज भाग तो हैगा ही है, 24 तक सरकार यही रहनी जिहड़ी हैगी है। सवाल भी 24 तो बाद मैं नहीं होवांगा तो कौन होएगा। नहीं तो चाहिए यह है कि 24 तक बिल्कुल ठीक तरीके नाल सरकार चलनी चाहिए। 24 आएगी तो वेखी जाएगी। नहीं, अज सारी राज शक्ति नूं इस पासे झोकिया गया है कि अगों ये ताकत, ये शक्ति, ये सत्ता साडे कोल किवें रहनी चाहिए है। भपीखण कहन लगा मेरे ते कोई कृपा की श्री रामचंद्र जी ने, राज तो दे दिता पर इच्छा शक्ति खत्म कर दी। फिर की सी भी जिन्ना चिर होएगा ठीक है। जदों तुसीं ये सोचोगे ना भी जिन्ना चिर होएगा सो ठीक है, फिर तुसीं गलत कदे नहीं करोगे, माड़ा कदे नहीं करोगे, और हर गल चंगी करन दी कोशिश करोगे भी की पता कदों तक हैगा। जदों चले गया किहड़ा मुड़ के वापस आउणा है। इत्थों धर्म शुरू होंदा है। हाँ जी। राज बड़ो दुख सागर हेरा, जगत तांद को गरत बडेरा। ये जिहड़ा राज है ये तो एक बहुत वड्डा दुखां दा सागर है। ये जगत दे धंधे दे विच बड़े बड़े लोग गर्क होके गए ने। हुण जदों तुसीं इन्हां राजियां दीयां कथा सुनोगे कि राज सत्ता वास्ते की नहीं करते और की करते हैं, तुसीं सुन के हैरान हो जाओगे। इन्हों प्रजा नाल कोई वास्ता नहीं है। हुण सुनिया ही है आपने, एक कहता भी वैक्सीन है नहीं, दूजा कहता भी है इस करके नहीं कि इन्हें छेती छेती ला के मुकाती है, हौली हौली लाउंदा ते आपे बच जाती। कर लो गल तुसी, कोई है लॉजिक है, कोई जवाब है इहदा। इन्हों दुनिया नाल कोई लेना देना नहीं है। एक ने छेती ला ली, वो कहता जी मुक गई है, दूजा कहता भी तू छेती लाई इस करके मुकी है, तू लाउंदा ही हौली हौली, भी दिन च 10 बंदियां नूं लाउंदा आपे बची रहिंदी। धर्म कित्थे है, इंसानियत कित्थे है। श्री रामचंद्र जी ने भपीखण ते इको ही कृपा की भी उहदे चों इच्छा खत्म कर दी, क्योंकि इच्छा जिहड़ी है वो संसार समुद्र विच बंदे नूं लैके डुब जाती है। हाँ जी। अवलोके हवै कारने कामू, बंधन कीन चरण श्री रामू। कहता मैं नेह काम होके श्री रामचंद्र जी दे चरनां ते मत्था टेकिया। हाँ जी। करुणा निध श्री अंतर जामे, पूरब फुरना लख कर स्वामी। कहते फिर मैनू श्री रामचंद्र जी ने एक गल पूछी। जुग दे अवतार ने पूछा भी भपीखण जदों तू रावण नूं छड्ड के तुरिया सी, उन्हें लत मार दी, तू उहदा त्याग कर दिता, कि उदों तेरे मन विच कोई फुरना आया सी, कोई इच्छा प्रगट होई सी, कोई मन विच कोई संकल्प बनया सी कि हुण तैनूं की करना चाहिए। हाँ जी। बोले श्री मुख ते बचन, आओ बैठ लंकेश। आख्या हे लंकेश बैठ, तू की फुरना लैके आया सी। हाँ जी। बिन करी कर बंद मैं, चाहे न राज सुदेश। कहता जी मैं अगों हथ जोड़े भी मैनू हुण इच्छा नहीं है, ना राज की इच्छा है ना देश की इच्छा है। हाँ जी।
ਸੁਨ ਸ਼੍ਰੀ ਰਘੁਪਤ ਬਹੁਰ ਉਚਾਰਾ ਨਿਜ ਘਰ ਤੇ ਤੂੰ ਜਬੈ ਪਧਾਰਾ। ਤੇ ਅੱਗੋਂ ਸ਼੍ਰੀ ਰਾਮਚੰਦਰ ਕਹਿਣ ਲੱਗੇ ਨਹੀਂ, ਜਦੋਂ ਤੂੰ ਘਰੋਂ ਤੁਰਿਆ ਸੀ ਨਾ, ਹਾਂਜੀ, ਤਬੈ ਕਾਮਨਾ ਹਿਰਦੈ ਉਠਾਈ ਲੰਕਾ ਦੇਹ ਰਾਮ ਮੁਝ ਤਾਈ। ਨਹੀਂ, ਉਦੋਂ ਤੇਰੇ ਮਨ ਵਿੱਚ ਇਹ ਸੀ ਵੀ ਜੇ ਸ਼੍ਰੀ ਰਾਮਚੰਦਰ ਰਾਵਣ ਨੂੰ ਮਾਰ ਦੇਣ ਤੇ ਬਜਾਏ ਕਿ ਕਿਸੇ ਹੋਰ ਨੂੰ ਰਾਜ ਤਿਲਕ ਦੇਣ, ਮੈਨੂੰ ਹੀ ਦੇ ਦੇਣ। ਮੈਂ ਤਾਂ ਉਹਨਾਂ ਦੇ ਹੱਕ ਵਿੱਚ ਬੋਲਿਆ ਨਾ, ਇਸੇ ਕਰਕੇ ਮੈਂ ਲੱਤ ਖਾਧੀ ਹੈ ਵੀ ਅਗਲਾ ਰਾਜਾ ਸ਼੍ਰੀ ਲੰਕਾ ਦਾ ਮੈਂ ਹੋਣਾ ਚਾਹੀਦਾ। ਹਾਂਜੀ, ਬਿਰਦ ਹਮਾਰਾ ਜਾਨੋ ਐਸਾ ਤੈਸੋ ਕਹੋ ਬਪੀਖਣ ਤੈਸਾ। ਸ਼੍ਰੀ ਰਾਮਚੰਦਰ ਕਹਿਣ ਲੱਗੇ ਬਪੀਖਣ ਇਹ ਸਾਡਾ ਬਿਰਦ ਹੈ, ਤੂੰ ਜੋ ਇੱਛਾ ਕੀਤੀ ਅਸੀਂ ਤੈਨੂੰ ਦੇ ਦਿੱਤੀ। ਹਾਂਜੀ, ਧਾਰ ਕਾਮਨਾ ਜੋ ਜਗਿਆਸੀ ਘਰ ਤਜ ਆਵਤ ਹੈ ਮੁਝ ਪਾਸੀ। ਜਿਹੜਾ ਵਿਅਕਤੀ ਕੋਈ ਜਗਿਆਸਾ ਲੈ ਕੇ ਆਉਂਦਾ ਹੈ, ਜਿਹੜਾ ਆਪਣਾ ਘਰ ਬਾਹਰ ਛੱਡ ਕੇ ਸਾਡੀ ਸ਼ਰਨ ਵਿੱਚ ਪਹੁੰਚਦਾ ਹੈ, ਹਾਂਜੀ, ਘਰੋਂ ਕਾਮਨਾ ਪੂਰਬ ਪੂਰੀ ਪੁੰਨ ਦਿਓ ਪਦਵੀ ਕੈਵਲ ਰੂਰੀ। ਪਹਿਲਾਂ ਉਹਦੀ ਕਾਮਨਾ ਪੂਰੀ ਕਰੀਦੀ ਹੈ, ਫਿਰ ਉਹਨੂੰ ਮੁਕਤੀ ਪਦ ਵੀ ਬਖਸ਼ੀਦਾ ਹੈ। ਹਾਂਜੀ, ਹੈ ਐਸੇ ਸ਼੍ਰੀ ਰਾਮ ਉਦਾਰਾ ਅਸ਼ਟ ਪਹਿਰ ਜਿਨ ਨਾਮ ਅਦਾਰਾ। ਬਪੀਖਣ ਕਹਿਣ ਲੱਗਾ ਜੀ ਬਸ ਐਸੇ ਸੀ ਸ਼੍ਰੀ ਰਾਮਚੰਦਰ, ਤੇ ਉਹਨਾਂ ਦਾ ਦਿਨ ਰਾਤ ਮੈਂ ਰਾਮ ਰਾਮ ਕਰਕੇ ਨਾਮ ਜਪਦਾ। ਹਾਂਜੀ, ਸੁਨ ਸ਼੍ਰੀ ਨਾਨਕ ਕਹਿ ਮ੍ਰਿਦ ਬਾਨੀ ਧਨ ਬਪੀਖਣ ਸ਼ੁਭ ਗੁਣ ਖਾਨੀ। ਸਤਿਗੁਰੂ ਕਹਿਣ ਲੱਗੇ ਬਪੀਖਣ ਤੂੰ ਧਨ ਹੈ, ਤੇਰੇ ਕੋਲ ਸ਼ੁਭ ਗੁਣ ਨੇ। ਇਹ ਜ਼ਰੂਰ ਚੇਤਾ ਰੱਖਣਾ, ਸਵਾਲ ਇਹ ਨਹੀਂ ਕਿ ਕਿਸੇ ਕੋਲ ਜਾਇਦਾਦ ਕਿੰਨੀ ਹੈ, ਕਿਸੇ ਕੋਲ ਧਨ ਦੌਲਤ ਕਿੰਨੀ ਹੈ, ਕਿਸੇ ਕੋਲੇ ਪੜ੍ਹਾਈ ਲਿਖਾਈ ਕਿੰਨੀ ਹੈ। ਅੱਜ ਤੁਸੀਂ ਵੇਖਿਆ ਹੀ ਹੈ, ਵੱਡੇ ਵੱਡੇ ਆਫੀਸਰ, ਵੱਡੇ ਵੱਡੇ ਅਮੀਰ ਆਦਮੀ ਗਰਕ ਹੁੰਦੇ ਤੁਸੀਂ ਵੇਖੇ ਹੋਣਗੇ। ਆ ਜਿਹੜੇ ਜੇਲ੍ਹਾਂ 'ਚ ਬੈਠੇ ਨੇ, ਜਿਹੜੇ ਸਾਰੇ ਸ਼੍ਰੀ ਰਾਮਚੰਦਰ ਜੀ ਦੀ ਨਕਲ ਕਰਦੇ ਸੀ, ਕੋਈ ਰਾਮ ਰਹੀਮ ਸੀ, ਕੋਈ ਆਸਾ ਰਾਮ ਸੀ, ਕੋਈ ਰਾਮਪਾਲ ਸੀ, ਉਹਨਾਂ ਸੋਚਿਆ ਵੀ ਅਸੀਂ ਵੀ ਸ਼੍ਰੀ ਰਾਮਚੰਦਰ ਵਰਗੇ ਰਾਮ ਕਹਿਣ ਨਾਲ ਰਾਮ ਤੇ ਨਹੀਂ ਨਾ ਬਣ ਜਾਈਦਾ। ਉਹਨਾਂ ਕੋਲ ਕਿਸ ਗੱਲ ਦੀ ਕਮੀ ਸੀ? ਗੁਣ ਨਹੀਂ ਸੀ। ਡੇਰੇ ਬੜੇ ਵੱਡੇ ਸੀ, ਬਜਟ ਬੜਾ ਸੀ, ਆਡੀਅנס ਬੜੀ ਸੀ, ਇਹਨਾਂ ਲੋਕਾਂ ਨੂੰ ਲੱਖਾਂ ਲੋਕ ਬਹਿ ਕੇ ਸੁਣਦੇ ਹੁੰਦੇ ਸੀ, ਪਰ ਗੁਣ ਨਾ ਹੋਣ ਕਰਕੇ ਅੱਜ ਜੇਲ੍ਹਾਂ 'ਚ ਬੈਠੇ ਨੇ। ਇਹ ਜ਼ਰੂਰ ਚੇਤਾ ਰੱਖਣਾ, ਜਦੋਂ ਵੀ ਤੁਸੀਂ ਆਪਣੀ ਜ਼ਿੰਦਗੀ 'ਚ ਫੈਸਲੇ ਕਰਦੇ ਹੋ ਨਾ, ਇਹ ਜ਼ਰੂਰ ਧਿਆਨ ਰੱਖੋ। ਖਾਸ ਕਰਕੇ ਜਦੋਂ ਅਸੀਂ ਆਪਣੇ ਧੀਆਂ ਪੁੱਤਰਾਂ ਦੇ ਰਿਸ਼ਤੇ ਕਰਦੇ ਹਾਂ, ਉਦੋਂ ਕੱਲਾ ਚਮੜੀ ਨਾ ਵੇਖਿਆ ਕਰੋ ਵੀ ਰੰਗ ਚਿੱਟਾ ਹੈ ਕਿ ਕਾਲਾ ਹੈ, ਤੇ ਨਾ ਹੀ ਪੈਸੇ ਵੇਖੋ ਵੀ ਧਨ ਕਿੰਨਾ ਕੁ ਹੈ। ਗੁਣ ਵੇਖੋ ਕਿ ਬੱਚੀ ਵਿੱਚ ਗੁਣ ਕੀ ਹੈ। ਇੱਥੇ ਉਹ ਪਰਿਵਾਰ ਆਉਂਦਾ ਹੈ, ਬੜਾ ਹੀ ਮੰਨਦਾ ਹੈ ਗੁਰੂ ਘਰ ਨੂੰ। ਕਿਸੇ ਵੇਲੇ ਵੱਡੀਆਂ ਵੱਡੀਆਂ ਸੇਵਾਵਾਂ ਉਹਨਾਂ ਨੇ ਇਸ ਗੁਰੂ ਘਰ ਵਿੱਚ ਕੀਤੀਆਂ ਨੇ। ਜਦੋਂ ਉਹਨਾਂ ਦੀ ਬੇਟੀ ਦਾ ਵਿਆਹ ਸੀ, ਉਦੋਂ ਨੋਟਬੰਦੀ ਵੀ ਹੋ ਗਈ। ਉਸ ਤੋਂ ਪਹਿਲਾਂ ਜਦੋਂ ਅੰਗੇਜਮੈਂਟ ਹੋਈ ਤੇ ਮੈਂ ਉਸ ਫੰਕਸ਼ਨ ਵਿੱਚ ਸੀ, ਤੇ ਮੈਨੂੰ ਉਹਨਾਂ ਨੇ ਦੱਸਿਆ, ਕਹਿਣ ਲੱਗੇ ਬੱਚੀ ਦਾ ਭਾਈ ਸਾਹਿਬ ਕਈ ਜਗ੍ਹਾ ਰਿਸ਼ਤਾ ਆਇਆ, ਕਹਿੰਦੇ ਮੈਂ ਜਦੋਂ ਕਹਿਣਾ ਬੇਟੀ ਤੂੰ ਲੜਕੇ ਨਾਲ ਗੱਲ ਕਰ ਲੈ, ਤੇ ਕਹਿੰਦੇ ਮੈਨੂੰ ਇੱਕੋ ਹੀ ਗੱਲ ਪੁੱਛਦੀ ਸੀ, ਪਾਪਾ ਇਹ ਕੰਮ ਕੀ ਕਰਦਾ ਹੈ? ਕਹਿੰਦੇ ਮੈਂ ਦੱਸਣਾ ਵੀ ਇਹਨਾਂ ਦੀ ਪ੍ਰੋਪਰਟੀ ਬਹੁਤ ਹੈ, ਫੈਕਟਰੀਆਂ ਇੰਡਸਟਰੀਆਂ ਬੜੀਆਂ ਨੇ, ਉਹ ਵੀ ਅਰਬਪਤੀ ਨੇ, ਉਹ ਅੱਗੋਂ ਵੀ ਅਰਬਪਤੀ ਆਉਣੇ। ਤੇ ਕਹਿੰਦੇ ਮੇਰੀ ਬੇਟੀ ਇੱਕੋ ਹੀ ਕਹਿੰਦੀ ਸੀ, ਪਾਪਾ ਮੈਂ ਵਿਹਲੜ ਨਾਲ ਵਿਆਹ ਨਹੀਂ ਕਰਨਾ, ਮੈਨੂੰ ਪੈਸੇ ਨਹੀਂ ਚਾਹੀਦੇ, ਮੈਨੂੰ ਮੁੰਡਾ ਕੰਮ ਕਰਨ ਵਾਲਾ ਚਾਹੀਦਾ। ਤੇ ਜਿਸ ਪਰਿਵਾਰ ਨਾਲ ਰਿਸ਼ਤਾ ਹੋਇਆ, ਅਰਦਾਸ ਮੈਂ ਖੁਦ ਕੀਤੀ, ਤੇ ਉਹਨਾਂ ਮੈਨੂੰ ਦੱਸਿਆ ਵੀ ਕਿੱਡਾ ਵੱਡਾ ਪਰਿਵਾਰ ਹੈ, ਪਰ ਇਹ ਬੱਚਾ ਕਹਿੰਦੇ ਇਹਦਾ ਆਪਣਾ ਆਫਿਸ ਹੈ, ਆਪ ਕੰਮ ਕਰਦਾ ਹੈ। ਕਹਿੰਦੇ ਮੇਰੀ ਬੇਟੀ ਕਹਿਣ ਲੱਗੀ, ਹਾਲਾਂਕਿ ਮੁੰਡਾ ਸੋਹਣਾ ਨਹੀਂ ਸੀ। ਜਿੱਥੋਂ ਮੈਂ ਮਤਲਬ ਪੁੱਛਿਆ, ਮੈਂ ਕਿਹਾ ਜੀ
ਵੀ ਲੜਕਾ ਤੁਸੀਂ ਪਸੰਦ ਕੀਤਾ ਹੈ ਕਿ ਲੜਕੀ ਨੇ? ਕਹਿੰਦੇ ਨਹੀਂ, ਲੜਕੀ ਨੇ ਪਸੰਦ ਕੀਤਾ ਹੈ। ਸਮਝ ਉਹ ਵੀ ਗਿਆ ਮੈਂ ਕਹਿਣਾ ਕੀ ਚਾਹੁੰਦਾ। ਬੱਚੀ ਬਹੁਤ ਸੁੰਦਰ ਸੀ, ਬੱਚਾ ਉਹਨਾਂ ਬੱਚੀ ਦੇ ਬਰਾਬਰ ਸੁੰਦਰ ਨਹੀਂ ਸੀ, ਭਰਿਆ ਘਰ ਸੀ ਬੱਚੀ ਵਾਲਾ। ਤਾਂ ਉਹਨੇ ਮੈਨੂੰ ਉਹਦੀ ਫਿਰ ਜਦੋਂ ਪੂਰੀ ਵਿਆਖਿਆ ਸੁਣਾਈ, ਉਹ ਕਹਿੰਦੇ ਬੇਟੀ ਕਹਿੰਦੀ ਸੀ ਨਹੀਂ ਮੈਨੂੰ ਪਾਪਾ ਕੰਮ ਕਰਨ ਵਾਲਾ ਚਾਹੀਦਾ ਹੈ, ਜਿਹੜਾ ਵਿਹਲੜ ਹੋਏਗਾ ਉਹਦੇ 'ਚ ਐਬ ਬੜੇ ਹੋਣਗੇ, ਇਹ ਜ਼ਰੂਰ ਚੇਤਾ ਰੱਖਣਾ। ਸਵਾਲ ਇਹ ਨਹੀਂ ਹੁੰਦਾ ਕਿ ਬੰਦਾ ਵਿਹਲਾ ਹੈ ਤਾਂ ਕੀ ਹੋਇਆ, ਵਿਹਲਾ ਹੋਏਗਾ ਨਾ ਤੇ ਸ਼ੈਤਾਨ ਦਾ ਘਰ ਹੋਏਗਾ। ਪਤਾ ਨਹੀਂ ਉਹ 'ਚ ਕਿੰਨੇ ਕੁ ਦੋਸ਼ ਹੋਣਗੇ। ਕੰਮ ਧੰਦੇ ਵਾਲੇ ਬੰਦੇ ਕੋਲ ਤਾਂ ਵਕਤ ਹੀ ਨਹੀਂ ਹੈਗਾ। ਕਦੇ ਤੁਹਾਨੂੰ ਕੰਮ ਧੰਦੇ ਵਾਲਾ ਬੰਦਾ ਰਾਤ ਨੂੰ ਬਾਜ਼ਾਰ ਵਿੱਚ ਤੁਰਿਆ ਫਿਰਦਾ ਨਹੀਂ ਮਿਲੇਗਾ। ਕੰਮ ਧੰਦੇ ਲਈ ਤੇ ਫਿਰਦਾ ਭਾਵੇਂ ਮਿਲ ਜਾਏ, ਨਹੀਂ ਤਾਂ ਤੁਹਾਨੂੰ 10 ਵਜੇ ਸੁੱਤਾ ਮਿਲੇਗਾ, ਕਿਉਂਕਿ ਉਹਨੇ ਸਵੇਰੇ ਉੱਠ ਕੇ ਫੇਰ ਸਾਰਾ ਦਿਨ ਕੰਮ ਕਰਨਾ ਹੈ। ਤੇ ਜਿਹੜੇ ਰਾਤ ਨੂੰ ਤੁਰੇ ਫਿਰਦੇ ਤੇ ਵਿਹਲੀ ਫੌਜ ਹੈ, ਇਹ ਸਟੰਟ ਕਰਦੇ ਨੇ ਸਾਰੇ। ਭੀਖਣ ਕਹਿੰਦਾ ਮਹਾਰਾਜ ਮੇਰੇ ਤੇ ਕਿਰਪਾ ਕਰ ਦਿੱਤੀ ਸ਼੍ਰੀ ਰਾਮਚੰਦਰ ਜੀ ਨੇ, ਇੱਛਾ ਸ਼ਕਤੀ ਜਿਹੜੀ ਸੀ ਉਹ ਖਤਮ ਕਰ ਦਿੱਤੀ। ਗੁਰੂ ਨਾਨਕ ਸਾਹਿਬ ਕੀ ਕਹਿੰਦੇ ਨੇ? ਕਹਿੰਦੇ ਭੀਖਣ ਤੂੰ ਧੰਨ ਹੈ। ਕਿਸ ਕਰਕੇ ਧੰਨ ਹੈ? ਕਹਿੰਦੇ ਤੇਰੇ 'ਚ ਗੁਣ ਨੇ। ਬੰਦੇ ਵਿੱਚ ਗੁਣ ਹੋਣੇ ਜ਼ਰੂਰੀ ਨੇ। ਸਵਾਲ ਇਹ ਨਹੀਂ ਕਿ ਬੰਦੇ 'ਚ ਐਜੂਕੇਸ਼ਨ ਕਿੰਨੀ ਹੈ। ਬੜੇ ਬੜੇ ਪੜ੍ਹੇ ਲਿਖੇ ਤੁਹਾਨੂੰ ਸ਼ਰਾਬੀ, ਕਬਾਬੀ, ਨਸ਼ੇੜੀ ਮਿਲਣਗੇ। ਅੱਜ ਕੱਲ੍ਹ ਜਿਹੜੀ ਆ ਬਹੁਤੀ ਸਮਗਲਿੰਗ ਹੈ, ਹੋਰ ਕੰਮ ਧੰਦੇ ਨੇ, ਇਹ ਸਾਰੇ ਅੱਜ ਕੱਲ੍ਹ ਪੜ੍ਹੇ ਲਿਖੇ ਕਰਦੇ ਨੇ। ਅਨਪੜ੍ਹ ਤੇ ਉੱਥੇ ਹੀ ਨੇ, ਉਹੀ ਛੋਟੀ ਮੋਟੀ ਚੋਰੀ ਚਕਾਰੀ ਕਰ ਲਈ ਉਹਨਾਂ ਨੇ। ਜਿਹੜਾ ਅਰਬਾਂ ਖਰਬਾਂ ਦਾ ਹੱਥ ਫੇਰਦੇ ਨੇ ਸਾਰੇ ਪੜ੍ਹੇ ਲਿਖੇ ਹੀ ਨੇ। ਪਰ ਉਹ ਕੌਣ ਹੈ ਜਿਹਦੇ ਕੋਲੇ ਗੁਣ ਨੇ? ਗੁਣ ਤੋਂ ਭਾਵ ਕੀ ਹੈ? ਜਿਹਦੇ ਕੋਲੇ ਧਰਮ ਹੈ, ਜਿਹਦੇ ਕੋਲੇ ਸੱਤ ਹੈ, ਜਿਹਦੇ ਕੋਲੇ ਸੰਤੋਖ ਹੈ, ਜਿਹਦੇ ਕੋਲੇ ਧੀਰਜ ਹੈ, ਜਿਹਦੇ ਕੋਲੇ ਸੱਚ ਹੈ। ਗੁਣ ਇਹਨਾਂ ਨੂੰ ਕਹਿੰਦੇ ਨੇ। ਗੁਣ ਇਹ ਨਹੀਂ ਵੀ 1 ਮਿੰਟ 'ਚ ਬੰਦਾ ਬੋਲ ਕਿੰਨਾ ਲੈਂਦਾ ਹੈ ਤੇ 1 ਮਿੰਟ 'ਚ ਬੰਦਾ ਲਿਖ ਕਿੰਨਾ ਲੈਂਦਾ ਹੈ, 1 ਮਿੰਟ 'ਚ ਬੰਦਾ ਭੱਜ ਕਿੰਨਾ ਲੈਂਦਾ, ਇਹ ਗੁਣ ਨਹੀਂ ਹੈ। ਮੈਂ ਤਾਂ ਬਹੁਤ ਵਾਰੀ ਬੇਨਤੀ ਕਰਦਾ ਕਿ ਸ਼ਰਾਫਤ ਔਰ ਐਜੂਕੇਸ਼ਨ ਇਹ ਦੋ ਚੀਜ਼ਾਂ ਇਕੱਠੀਆਂ ਨਹੀਂ ਹੈ, ਦੋਨੋਂ ਵੱਖਰੀਆਂ ਵੱਖਰੀਆਂ ਨੇ। ਸ਼ਰਾਫਤ ਗੁਣ ਹੈ, ਪੜ੍ਹਾਈ ਲਿਖਾਈ ਤੁਹਾਡੀ ਐਜੂਕੇਸ਼ਨ ਹੈ। ਗੁਣ ਜਿਹੜਾ ਹੈ ਨਾ, ਉਹਨੇ ਪੂਜਾ ਤੁਹਾਡੀ ਉਹਨੇ ਕਰਾਉਣੀ ਹੈ। ਜਿਹੜੀ ਮਾਨਤਾ ਦੁਨੀਆ ਵਿੱਚ ਹੋਣੀ ਤੁਹਾਡੇ ਗੁਣਾਂ ਨਾਲ ਹੋਣੀ ਹੈ, ਪੈਸੇ ਨਾਲ ਨਹੀਂ ਹੁੰਦੀ। ਨਹੀਂ ਤਾਂ ਹਰ ਅਮੀਰ ਆਦਮੀ ਦੀਆਂ ਮੂਰਤੀਆਂ ਲੱਗ ਜਾਣਗੀਆਂ ਸੀ ਮੰਦਿਰਾਂ 'ਚ, ਪਰ ਤੁਸੀਂ ਇੱਥੇ ਅਮੀਰ ਆਦਮੀ ਨੂੰ ਨੱਕ ਰਗੜਦਾ ਹੀ ਵੇਖੋਗੇ, ਪੂਜਾ ਕਰਾਉਂਦਾ ਨਹੀਂ ਹੈ, ਕਰਦਾ ਹੀ ਵਿਚਾਰਾ ਟੱਲੀਆਂ ਹੀ ਖੜਕਾਈ ਜਾਂਦਾ ਹੈ। ਕਿਉਂਕਿ ਪੂਜਾ ਤਾਂ ਗੁਣਾਂ ਦੀ ਹੁੰਦੀ ਹੈ, ਔਗੁਣਾਂ ਦੀ ਨਹੀਂ। ਖਾਲਸਾ ਜੀ ਚੈਨਲ ਨੂੰ ਸਬਸਕ੍ਰਾਈਬ ਕਰਨ ਤੋਂ ਬਾਅਦ 'ਚ ਆਲ ਨੋਟੀਫਿਕੇਸ਼ਨ ਨੂੰ ਜ਼ਰੂਰ ਔਨ ਕਰੋ ਤਾਂ ਕਿ ਸਾਡੀ ਕਥਾ ਕੀਰਤਨ ਦੀ ਹਰ ਵੀਡੀਓ ਤੁਹਾਡੇ ਤੱਕ ਪਹੁੰਚਦੀ ਰਹੇ, ਅਤੇ ਵੀਡੀਓ ਨੂੰ ਲਾਈਕ ਕਰਨਾ ਨਾ ਭੁੱਲਣਾ ਜੀ। ਗੁਣਾਂ ਦੀ ਨਹੀਂ ਹੁੰਦੀ, ਔਰ ਗੁਣਾਂ ਵਾਲਾ ਮਨੁੱਖ ਸਾਰੇ ਸੰਸਾਰ ਵਿੱਚ ਪੂਜਿਆ ਜਾਂਦਾ ਹੈ, ਮੰਨਿਆ ਜਾਂਦਾ ਹੈ। ਇਸ ਦੇ ਨਾਲ ਹੀ ਅੱਜ ਸਮਾਂ ਸਮਾਪਤ ਹੈ। ਸਤਿਗੁਰੂ ਕਿਰਪਾ ਕਰਨ। ਅਗਲੀ ਕਥਾ ਆਪਾਂ ਕੱਲ੍ਹ ਗੁਰੂ ਕੀ ਗੋਦ ਵਿੱਚ ਬੈਠ ਕੇ ਸੁਣੀਏ। ਭੁੱਲਾਂ ਬਖਸ਼ੋ ਜੀ, ਫਤਿਹ ਬੁਲਾਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।